ਸ੍ਰੀ ਗੁਰੂ ਜੀ। ਪ੍ਰਭਾਤੀ ਮਹਲਾ ਪਹਿਲਾ। ਤਾ ਕਾ ਕਹਿਆ ਦਰ ਪਰਵਾਣੋ। ਵੇਖੇ ਅੰਮ੍ਰਿਤ ਦੋਏ ਸਮ ਕਰ ਜਾਣੋ। ਜਗਤ ਗੁਰੂ ਗੁਰੂਦੇਵ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜੋ ਚੱਲ ਰਹੀ ਲੜੀਵਾਰ ਕਥਾ ਵਿੱਚ ਸਤਿਗੁਰੂ ਪਾਤਸ਼ਾਹ ਪਰਿਪੂਰਨ ਵਾਹਿਗੁਰੂ ਦੇ ਸਨਮੁਖ ਬੇਨਤੀ ਬਖਸ਼ਦੇ ਹੋਏ ਪਾਵਨ ਉਪਦੇਸ਼ ਬਖਸ਼ਦੇ ਨੇ। ਉਹਨਾਂ ਸਤਪੁਰਸ਼ਾਂ ਪ੍ਰਤੀ ਜੋ ਸਮਦ੍ਰਿਸ਼ਟੀ ਵਾਲੇ ਮਹਾਤਮਾ ਸਤਪੁਰਸ਼ਾਂ ਦੀ ਉਸਤਤੀ ਕਹਿੰਦੇ ਨੇ। ਤਾਂ ਕਾ ਕਹਿਆ ਦਰ ਪਰਵਾਨ। ਵੇਖੇ ਅੰਮ੍ਰਿਤ ਦੋਏ ਸਮ ਕਰ ਜਾਣ। ਤਿੰਨ ਸੰਤ ਜਨਾਂ ਦਾ ਬਚਨ ਉਚਾਰਨ ਕੀਤਾ ਹੋਇਆ ਹੇ ਮੇਰੇ ਵਾਹਿਗੁਰੂ ਤੇਰੀ ਦਰਗਾਹ ਵਿੱਚ ਮੰਨਿਆ ਜਾਂਦਾ, ਪਰਵਾਨ ਹੋ ਜਾਂਦਾ। ਜਾ ਕਾ ਕਹਿਆ ਦਰਗਹਿ ਚੱਲੈ। ਸੋ ਕਿਸ ਕੋ ਨਦਰ ਲੈ ਆਵੈ ਤੈ। ਰੱਬ ਦੇ ਜਨ ਦਾ ਬਚਨ ਕਿਹਾ ਹੋਇਆ ਦਰਗਾਹ ਵਿੱਚ ਚੱਲਦਾ ਹੈ, ਮੰਨਿਆ ਜਾਂਦਾ। ਕਿਉਂਕਿ ਤਿੰਨਾਂ ਨੇ ਵੇਖੇ ਅੰਮ੍ਰਿਤ ਦੁੱਖ ਤੇ ਸੁੱਖ ਆਦਿਕ ਭੋਗਾਂ ਨੂੰ ਇੱਕ ਸਮਾਨ ਜਾਣਿਆ ਹੈ। ਮੇਰੇ ਵਾਹਿਗੁਰੂ ਦੇ ਜਨਾਂ ਭਗਤਾਂ ਨੇ, ਸੰਤਾਂ ਨੇ। ਸੁੱਖ ਦੁੱਖ ਦੋਨੋਂ ਸਮ ਕਰ ਜਾਣਾ ਔਰ ਮਾਨ ਅਭਿਮਾਨ। ਸੁੱਖ ਦੁੱਖ ਦੋਨੋਂ ਸਮ ਕਰ ਜਾਣਾ ਔਰ ਮਾਨ ਅਪਮਾਨਾ। ਖਾਰਕ ਸੋਗ ਤੇ ਰਹਿ ਅਤੀਤਾ ਤਿੰਨ ਜਗ ਤਤ ਪਛਾਨਾ। ਪਾਤਸ਼ਾਹ ਦੇ ਪਾਵਨ ਬਚਨ ਨੇ। ਦੁੱਖ ਤੇ ਸੁੱਖ ਨੂੰ ਸਮ ਕਰਕੇ ਜਾਣਿਆ ਕਿਹਨਾਂ ਨੇ? ਰੱਬ ਦੇ ਜਨਾਂ ਭਗਤਾਂ ਨੇ, ਸੰਤਾਂ ਨੇ। ਖੁਸ਼ੀ ਤੇ ਗਮੀ ਨੂੰ ਸਮ ਕਰਕੇ ਜਾਣਿਆ। ਹਰਕ ਸੋਗ ਤੋਂ ਨਿਆਰੇ ਰਹਿੰਦੇ ਨੇ ਰੱਬ ਦੇ ਪਿਆਰੇ ਭਗਤ। ਜ਼ਹਿਰ ਤੇ ਅੰਮ੍ਰਿਤ ਨੂੰ ਵੀ ਤੁਲ ਮੰਨਿਆ। ਜਿਵੇਂ ਇੱਕ ਮਹਾਤਮਾ ਸਨ ਸਮਦ੍ਰਿਸ਼ਟੀ ਵਾਲੇ, ਉਹਨਾਂ ਦਾ ਸੇਵਕ ਦੂਜਾ ਭਾਵ ਉਤਪੰਨ ਹੋਇਆ। ਵਿਖ ਦਿੱਤੀ ਕਈ ਵਾਰ ਪਰ ਰੰਚਕ ਮਾਤਰ ਵੀ ਕੋਈ ਖੇਦ ਨਾ ਹੋਇਆ। ਮਹਾਤਮਾ ਕਹਿਣ ਲੱਗੇ ਆਪਣੇ ਸੇਵਕ ਨੂੰ, ਜੋ ਤੂੰ ਜ਼ਹਿਰ ਕਈ ਦਿਨ ਹੋ ਗਏ ਤੈਨੂੰ ਦਿੰਦਿਆਂ ਸਾਨੂੰ ਪਿਲਾਉਂਦਿਆਂ, ਸਾਨੂੰ ਇਸ ਜ਼ਹਿਰ ਨੇ ਕੁਝ ਨਹੀਂ ਕਰਨਾ। ਜੋ ਤੇਰੀ ਇੱਛਾ ਹੈ ਮੰਗ ਲੈ, ਤੈਨੂੰ ਅਸੀਂ ਮਾਇਆ ਧਨ ਜਾਇਦਾਦ ਸਭ ਕੁਝ ਦੇ ਦਿੰਦੇ। ਚਰਨਾਂ ਤੇ ਢਹਿ ਪਿਆ ਉਹ ਸੇਵਕ ਕਿ ਸਤਪੁਰਸ਼ਾਂ ਨੂੰ ਜ਼ਹਿਰ ਨੇ ਵੀ ਕੁਝ ਨਾ ਕੀਤਾ। ਜਾਣ ਗਏ ਕਿਉਂਕਿ ਰੱਬ ਦੇ ਜਨ ਜਾਣਦੇ ਨੇ ਸਭ ਕੁਝ। ਸਾਬਰ ਅੰਦਰ ਸਾਬਰੀ ਤਨ ਇਹ ਵੈ ਜਾਲੇਨ। ਖੋਣ ਨਜੀਕ ਖੁਦਾਏ ਭੇਤ ਨਾ ਕਿਸੇ ਦੇ। ਉਹ ਆਪਣਾ ਭੇਤ ਨਹੀਂ ਦਿੰਦੇ ਕਿਸੇ ਨੂੰ। ਰੱਬ ਦੇ ਨੇੜੇ ਜਨ ਇੱਕ ਰੂਪ, ਉਹਨਾਂ ਨੂੰ ਵਿਖ ਤੇ ਅੰਮ੍ਰਿਤ ਇੱਕ ਸਮਾਨ ਹੈ। ਜ਼ਹਿਰ ਕੁਝ ਕਰ ਨਹੀਂ ਸਕਦਾ ਕਿਉਂਕਿ ਰੱਬ ਦੇ ਪਿਆਰੇ ਜਨ ਨੇ। ਪਾਤਸ਼ਾਹ ਫਰਮਾਉਂਦੇ ਨੇ ਵਿਖ ਅੰਮ੍ਰਿਤ ਦੋਏ ਸਮ ਕਰ ਜਾਣ। ਕਿਆ ਕਹੀਐ ਸਰਬੇ ਰਹਿਆ ਸਮਾਏ। ਜੋ ਕਿਛ ਵਰਤ ਸਭ ਤੇਰੀ ਰਜਾਏ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਜਨਾਂ ਦੀ ਵਡਿਆਈ ਕਰਦੇ ਹੋਏ ਪਾਤਸ਼ਾਹ ਬਚਨ ਕਹਿੰਦੇ ਨੇ, ਹੇ ਮੇਰੇ ਪਰਿਪੂਰਨ ਮੇਰੇ ਵਾਹਿਗੁਰੂ ਪਰਮਾਤਮਾ, ਜੋ ਸੰਤ ਭਗਤ ਤੈਨੂੰ ਸਰਬ ਦੇ ਵਿੱਚ ਵਿਆਪਕ ਜਾਣਦੇ ਨੇ ਕਿ ਮੇਰਾ ਮਾਲਕ ਮੇਰਾ ਵਾਹਿਗੁਰੂ ਸਰਬ ਵਿਆਪਕ ਹੈ।
ਸਭ ਘਟਾਂ ਵਿੱਚ ਬੈਠਾ ਆਪ ਬੋਲਦਾ। ਭਗਤਾਂ ਨੇ ਕਹਿ ਦਿੱਤਾ ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ। ਉਹ ਆਪ ਬੋਲਦਾ ਹੈ, ਕੋਈ ਦੂਜਾ ਨਹੀਂ ਬੋਲਦਾ। ਤਿੰਨਾਂ ਦੀ ਗਤੀ ਕਿਆ ਉਚਾਰਨ ਕਰੀਏ, ਇਹ ਤਿੰਨਾਂ ਦੀ ਅਗਹਿ ਗਤੀ ਹੈ। ਕਿਉਂਕਿ ਉਹ ਇਸ ਤਰ੍ਹਾਂ ਕਹਿੰਦੇ ਨੇ, ਹੇ ਮੇਰੇ ਪਰਿਪੂਰਨ ਪਰਮਾਤਮਾ, ਜੋ ਕੁਝ ਵਸਤ ਰਿਹਾ ਹੈ ਜਗਤ ਸੰਸਾਰ ਸਭ ਤੇਰੀ ਆਗਿਆ ਤੇਰੀ ਰਜਾ ਵਿੱਚ ਹੈ। ਇਹ ਤੇਰੇ ਭਾਣੇ ਵਿੱਚ ਸਦਾ ਪ੍ਰਸੰਨ ਰਹਿੰਦੇ ਨੇ, ਰਜਾ ਮੰਨਦੇ ਨੇ, ਦੁੱਖ ਤੇ ਸੁੱਖ ਰੱਬ ਦੇ ਪਿਆਰੇ ਉਸਦੀ ਰਜਾ ਵਿੱਚ ਪ੍ਰਸੰਨ ਚਿੱਤ ਰਹਿੰਦੇ ਨੇ। ਉਹਨਾਂ ਨੂੰ ਪਤਾ ਹੈ ਕਿ ਕਾਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਈ। ਕੋਈ ਦੂਜਾ ਹੈ ਹੀ ਨਹੀਂ। ਕਾਰਨ ਰਾਵਣ ਵਾਲਾ ਇੱਕ ਮੇਰਾ ਵਾਹਿਗੁਰੂ ਹੈ, ਕੋਈ ਦੂਜਾ ਨਹੀਂ। ਪ੍ਰਗਟੀ ਜੋਤ ਝੂਕਾਇਆ ਬੇਮਾਨ, ਸਤਿਗੁਰ ਦੀਆ ਅੰਮ੍ਰਿਤ ਨਾਮ। ਉਹਨਾਂ ਜਨਾਂ ਦੇ ਰੱਬ ਦੇ ਪਿਆਰਿਆਂ ਭਗਤਾਂ ਦੇ ਹਿਰਦੇ ਵਿੱਚ ਹੀ ਮੇਰੇ ਪਰਿਪੂਰਨ ਪਰਮਾਤਮਾ ਤੇਰੀ ਜੋਤ ਪ੍ਰਗਟ ਹੋਈ ਤੇ ਤਿਨਾਂ ਦਾ ਦੇਹ ਅਭਿਮਾਨ ਵੀ ਦੂਰ ਹੋ ਗਿਆ ਕਿ ਸਤਿਗੁਰਾਂ ਨੇ ਤਿਨਾਂ ਨੂੰ ਨਾਮ ਅੰਮ੍ਰਿਤ ਬਖਸ਼ਿਆ। ਕਲ ਮੈਂ ਆਇਆ ਸੋ ਜਨ ਜਾਣ, ਸਾਚੀ ਦਰਗਹਿ ਪਾਵੈ ਮਾਣ। ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਵਨ ਬਚਨ ਕਹਿੰਦੇ ਨੇ, ਇਸ ਕਲ ਯੁੱਗ ਦੇ ਘੋਰ ਕਲ ਯੁੱਗ ਦੇ ਯੁੱਗ ਵਿੱਚ ਉਹ ਜਨ ਆਇਆ ਜਾਣਿਆ ਜਾਂਦਾ, ਜਿਸ ਦਾ ਜਨਮ ਸਫਲ ਹੋਇਆ। ਹੇ ਮੇਰੇ ਵਾਹਿਗੁਰੂ, ਜੋ ਤੇਰੀ ਸੱਚੀ ਦਰਗਾਹ ਵਿੱਚ ਆਦਰ ਮਾਣ ਵਡਿਆਈ ਪਾਉਂਦਾ। ਕਹਿਣਾ ਸੁਣਨਾ ਅਕਥ ਘਰ ਜਾਏ, ਕਥਨੀ ਬਦਨੀ ਨਾਨਕ ਜਲ ਜਾਏ। ਹੇ ਮੇਰੇ ਵਾਹਿਗੁਰੂ ਅਕਥ ਨਿਰੰਕਾਰ ਸੰਤ ਇਸ ਪ੍ਰਕਾਰ ਤੇਰੇ ਸਰੂਪ ਨੂੰ ਜਾ ਪ੍ਰਾਪਤ ਹੋਏ ਨੇ। ਤਿਨਾਂ ਦਾ ਤੇਰੇ ਜਸ ਦਾ ਕਹਿਣਾ ਤੇ ਸੁਣਨਾ, ਤੇਰੇ ਜਸ ਨੂੰ ਸੁਣਦੇ ਤੇ ਕਹਿੰਦੇ ਰਹਿੰਦੇ ਨੇ। ਤਿਨਾਂ ਦੇ ਹਿਰਦੇ ਤੇ ਤੇਰੇ ਜਸ ਬਿਨਾ ਉਹ ਸੰਸਾਰਿਕ ਕਥਾ ਔਰ ਵਿਸ਼ਰੀਆਂ ਜਲ ਜਾਂਦੀਆਂ। ਭਾਵੇਂ ਤੇਰੇ ਨਾਮ ਤੋਂ ਬਿਨਾ ਕਥਨੀ ਵਧਨੀ ਨਹੀਂ ਕਰਦੇ। ਗੁਣ ਤੇਰੇ ਨਾਮ ਦੇ ਗਾਉਂਦੇ ਨੇ, ਜਪਦੇ ਨੇ, ਉਪਦੇਸ਼ ਜਪਣ ਦਾ ਦਿੰਦੇ ਨੇ। ਪਰ ਭਾਤੀ ਮਹਲਾ ਪਹਿਲਾ, ਅੰਮ੍ਰਿਤ ਨੀਰ ਗਿਆਨ ਮਨ ਮੱਜਨ, 68 ਤੀਰਥ ਸੰਗ ਗਏ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਪਾਵਨ ਬਚਨ ਕਹਿੰਦੇ ਨੇ, ਅੰਮ੍ਰਿਤ ਨੀਰ ਗਿਆਨ ਮਨ ਬੱਜਨ, 68 ਤੀਰਥ ਸੰਗ ਗਏ। ਗਿਆਨ ਰੂਪੀ ਅੰਮ੍ਰਿਤ ਜਲ ਕਰਕੇ ਪੂਰਨ ਜੋ ਸਤਿਗੁਰੂ ਤੀਰਥ ਨੇ। ਇਸ ਵਿੱਚ ਜਿਸ ਨੇ ਮਨ ਕਰਕੇ ਇਸ਼ਨਾਨ ਕੀਤਾ, ਤਿਸ ਨੇ 68 ਤੀਰਥਾਂ ਦੇ ਆਪਣੇ ਸਾਥ ਹੀ ਗ੍ਰਹਿਣ ਕਰ ਲਿਆ। ਕਿ ਤਿਸ ਨੂੰ ਸੰਪੂਰਨ ਤੀਰਥਾਂ ਦੇ ਇਸ਼ਨਾਨ ਦਾ ਫਲ ਮਿਲ ਜਾਂਦਾ। 68 ਤੀਰਥ ਤਿੰਨ ਸੰਗ ਰਹੇ, ਜਿਨ ਹਰ ਹਿਰਦੈ ਰਹਿਆ ਸੰਗ। ਕਿਹਨਾਂ ਦੇ ਸੰਗ ਰਹਿੰਦੇ ਨੇ? 68 ਤੀਰਥ ਜੋ ਮੁੱਖ ਤੀਰਥ ਜਗਤ ਵਿੱਚ ਮੰਨੇ ਗਏ ਨੇ। 68 ਤੀਰਥ ਨੇ ਜੋ ਰੱਬ ਦੇ ਜਨ ਨਾਮ ਜਪਦੇ ਨੇ, ਜਿਨ੍ਹਾਂ ਦੇ ਹਿਰਦੇ ਵਿੱਚ ਮੇਰਾ ਵਾਹਿਗੁਰੂ ਵਸਿਆ। ਤੀਰਥ ਆਪ ਪਲਸਣ ਆਉਂਦੇ ਨੇ। 68 ਤੀਰਥ ਉਹਨਾਂ ਦੇ ਅੰਗ ਸੀ। ਉਹਨਾਂ ਦੇ ਦਰਸ਼ਨ ਕਰਿਆ, ਚਰਨ ਪਾਸਿਆ ਆਪਾਂ ਨੂੰ 68 ਤੀਰਥਾਂ ਦੇ ਇਸ਼ਨਾਨ ਦਾ ਫਲ ਮਿਲ ਜਾਂਦਾ। ਗੋਰੇ ਆਬਦੇਸ ਜਵਾਗਰ ਮਾਨ, ਸੇਵੇ ਸਿੱਖ ਜੋ ਖੋਜ ਲਗੈ।
ਗੁਰ ਉਪਦੇਸ ਜਵਾਹਰ ਮਾਨਕ ਸੇਵੇ, ਸਿੱਖ ਸੋ ਖੋਜ ਲਹੈ। ਸਤ ਗੁਰੂ ਦੇ ਉਪਦੇਸ਼ ਵਿੱਚ ਜਵਾਹਰ ਮਾਨਕ ਨੇ, ਜੋ ਸਿੱਖ ਤਿਨਾਂ ਦੇ ਚਰਨਾਂ ਨੂੰ ਸੇਵੰਦਾ ਹੈ, ਚਰਨ ਪਰਸਦਾ ਹੈ, ਤਿਨਾਂ ਦਾ ਖੋਜ ਲੈਂਦਾ ਹੈ। ਭਾਵ ਇਹ ਕਿ ਗੁਰੂ ਉਪਦੇਸ਼ ਨੂੰ ਸਰਵਣ ਕਰਕੇ ਮਨ ਨਿਧਿਆਸਨ ਆਦਿ ਕਰਦਾ ਹੈ। ਭਾਵ ਬਚਾਅ ਸਹਿਤ ਉਸ ਉਪਦੇਸ਼ ਤੇ ਚੱਲਦਾ ਹੈ। ਕਮਾਲ ਹੈ। ਸੋਈ ਸਿਖਿਆਤ ਕਾਲ ਨੂੰ ਪਾਉਂਦਾ। ਗੁਰ ਸਮਾਨ ਤੀਰਥ ਨਹੀਂ ਕੋਇ, ਸਰ ਸੰਤੋਖ ਦਾਸ ਗੁਰ ਹੋਏ। ਸਤ ਗੁਰੂ ਦੇ ਸਮਾਨ ਔਰ ਕੋਈ ਤੀਰਥ ਨਹੀਂ ਹੈ, ਕਿਉਂਕਿ ਸੰਤੋਖ ਆਦਿਕ ਗੁਰੂ ਦੇ ਸਮੁੰਦਰ ਨੇ। ਗਿਆਨ ਵੀ ਤੇ ਸਤ ਗੁਰੂ ਤੋਂ ਹੀ ਪ੍ਰਾਪਤ ਹੁੰਦਾ। ਗੁਰ ਦਰਿਆਓ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਲ ਹਰੈ। ਪਾਤਸ਼ਾਹ ਫਰਮਾਉਂਦੇ ਨੇ, ਸਤ ਗੁਰੂ ਦਰਿਆਓ ਰੂਪ ਤੀਰਥ ਨੇ, ਜਿਨ੍ਹਾਂ ਨੇ ਗਿਆਨ ਰੂਪੀ ਉਜਲ ਜਲ ਹੈ। ਗੁਰੂ ਦੇ ਮਿਲਿਆ ਕੋਟੀ ਮਤ ਰੂਪੀ ਮੈਲ ਭਾਈ ਸੁਤੇ ਦੂਰ ਹੋ ਜਾਂਦੀ ਹੈ। ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ। ਮਤ ਮੇ ਨਾ ਮਤ ਹੈ, ਉਹ ਮਤ ਨਹੀਂ, ਉਹ ਸੁਧ ਬੁੱਧ ਭੁੱਲ ਜਾਂਦੀ ਹੈ ਦੁਨਿਆਵੀ। ਸਮਰੱਥ ਗੁਰੂ ਦੇ ਚਰਨਾਂ ਵਿੱਚ ਆਇਆ। ਸਤਿਗੁਰ ਪਾਇਆ ਪੂਰਾ ਨਾਮ, ਪਸ਼ੂ ਪਰੇ ਤੋਂ ਦੇਵ ਕਰੈ। ਪਾਤਸ਼ਾਹ ਫਰਮਾਉਂਦੇ ਨੇ, ਐਸੇ ਸਮਰੱਥ ਸਤ ਗੁਰੂ ਨੂੰ ਪ੍ਰਾਪਤ ਕਰਿਆ ਪੂਰਨ ਇਸ਼ਨਾਨ ਗਿਆਨ ਮਿਲਦਾ। ਸੋ ਗਿਆਨ ਰੂਪੀ ਇਸ਼ਨਾਨ ਪਸ਼ੂ ਰੇਤ ਆਦਿਕਾਂ ਤੇ ਦੇਵਤਾ ਰੂਪ ਕਰ ਦਿੰਦਾ। ਗੁਰੂ ਦੀ ਐਸੀ ਬਖਸ਼ਿਸ਼, ਪਰਮੇਸ਼ਰ ਰੂਪ ਬਣਾ ਦਿੰਦਾ ਹੈ ਗੁਰੂ ਦੇ ਦਰਸ਼ਨ। ਰਤਾ ਸਚ ਨਾਮ ਤਲਿਅਲ, ਸੋ ਗੁਰ ਪਰਮਲ ਕਹੀਐ। ਰਤਾ ਸਚ ਨਾਮ ਅਲ ਹੀ ਅਲ, ਸੋ ਗੁਰ ਪਰਮਲ ਕਹੀਐ। ਜਿਨ ਸਤਿਗੁਰਾਂ ਦਾ ਹਿਰਦਾ, ਅਲੀ ਹਲ ਹਿਰਦੇ ਨੂੰ ਕਹਿੰਦੇ ਨੇ, ਅਸਥਾਨ ਸੱਚੇ ਨਾਮ ਦੇ ਵਿੱਚ ਰਤਿਆ ਹੈ, ਹਿਰਦਾ ਭਿਜਿਆ। ਪਾਤਸ਼ਾਹ ਦੇ ਬਚਨ ਨੇ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਜਿਸਦਾ ਹਿਰਦਾ ਭਿਜਿਆ ਨਾਮ ਨਾਲ, ਉਹ ਸ੍ਰਿਸ਼ਟੀ ਦਾ ਰਾਜਾ ਹੈ। ਉਹ ਮਾਲਕ ਪਰਮੇਸ਼ਰ ਦਾ ਰੂਪ ਹੋ ਗਿਆ। ਰਤਿਆ ਹੈ ਹਿਰਦਾ। ਸੋ ਸਤਿਗੁਰੂ ਚੰਦਨਵਤ ਕਹੇ ਜਾਂਦੇ ਨੇ, ਪਰਮਲ ਚੰਦਨ ਨੂੰ ਕਹਿੰਦੇ ਨੇ। ਜਾ ਕੀ ਵਾਸ ਬਨਸਪਤ ਸੋਰੈ, ਤਾਸ ਚਰਨ ਲਿਵ ਰਹੀ ਹੈ। ਚੰਦਨ ਦੇ ਵਿੱਚ ਬੜੇ ਗੁਣ ਨੇ। ਬੜੇ ਰੁੱਖ ਚੰਦਨ ਨਾਲ ਰਹਿੰਦੇ ਨੇ, ਚੰਦਨ ਦਾ ਰੂਪ ਹੋ ਜਾਂਦੇ ਨੇ। ਪਰ ਇੱਕ ਰੁੱਖ ਐਸਾ ਵੀ ਬਾਂਸ ਦਾ ਚੰਦਨ ਦੇ ਨਿਕਟ, ਉਸ ਨੂੰ ਚੰਦਨ ਦੀ ਸੁਗੰਧੀ ਉਸ ਵਿੱਚ ਪ੍ਰਵੇਸ਼ ਨਹੀਂ ਕਰਦੀ। ਚੰਦਨ ਕੈ ਨਿਕਟੈ ਵਸੈ, ਬਾਂਸ ਸੁਗੰਧ ਨਾ। ਜੋ ਹੰਕਾਰੀ ਗਰਭ ਵਿੱਚ ਵਿਚਰਿਆ ਹੋਇਆ, ਉਸਨੂੰ ਰੰਗ ਨਹੀਂ ਲੱਗਦਾ, ਉਹ ਖਾਲੀ ਰਹਿ ਜਾਂਦਾ ਹੈ। ਜਾ ਕੀ ਵਾਸ ਬਨਸਪਤ ਸੋਰੈ, ਤਾਸ ਚਰਨ ਲਿਵ ਰਹੀ ਹੈ। ਪਾਤਸ਼ਾਹ ਫਰਮਾਉਂਦੇ ਨੇ, ਜਿਸ ਸਤਿਗੁਰੂ ਦੀ ਸੰਗ ਰੂਪੀ ਵਾਸਨਾ ਤੇ ਜੀਵਾਂ ਰੂਪੀ ਬਨਸਪਤੀ ਸਵਰਦੀ ਹੈ। ਗੁਰੂ ਐਸਾ ਸਮਰੱਥ ਹੈ, ਭਾਵੇਂ ਕਿ ਜੀਵ ਵਾਹਿਗੁਰੂ ਦੀ ਭਗਤੀ ਵਿੱਚ ਜੁੜ ਜਾਂਦੇ ਨੇ। ਸਮਰੱਥ ਗੁਰੂ ਦੇ ਦਰਸ਼ਨ ਕਰਿਆ, ਸੰਗਤ ਕਰਿਆ। ਪਾਤਸ਼ਾਹ ਦੇ ਪਾਵਨ ਬਚਨ ਨੇ, ਸੰਤ ਮੰਡਲ ਮੈਂ ਖਾਰ ਮਨ ਵਸੈ, ਸੰਤ ਮੰਡਲ ਮੈਂ ਦੌਲਤ ਸਭ ਨਸੈ। ਸੰਤਾਂ ਦੀ ਮੰਡਲੀ ਸਭਾ ਦੇ ਵਿੱਚ ਸੁਤੇ ਮਨ ਕਹਿੰਦਾ ਮਨਾ ਜਪਣਾ।
ਕਿਉਂ ਕਹਿੰਦਾ ਹੈ ਜਪਣਾ ਹੈ, ਮਨ ਕਹਿੰਦਾ ਹੈ ਅਮੋੜ ਸੀ, ਜਪਣ ਨੂੰ ਮੰਨਦਾ ਨਹੀਂ ਸੀ, ਸੁਤੇ ਮੰਨਣ ਲੱਗ ਗਏ, ਕਿਉਂਕਿ ਜਪਣ ਵਾਲੇ ਦੀ ਸ਼ਰਨ ਵਿੱਚ ਆ ਗਏ। ਸੰਤ ਮੰਡਲ ਮੈਂ ਖਾਦ ਮਨ ਵਸੈ, ਸੰਤ ਮੰਡਲ ਮੈਂ ਦੌਲਤ ਸਭ ਨਸੈ, ਖੋਟੀ ਮਤ ਛੱਡ ਕੇ ਚਲੀ ਜਾਂਦੀ ਹੈ। ਸੁਤੇ ਗੁਰਮਤੀਆ ਗੁਰ ਸ਼ਬਦੀ ਹੋ ਜਾਂਦਾ ਹੈ, ਨਿਮਾਣਤਾ ਨਿਮਰਤਾ ਵਿੱਚ ਭਿੱਜ ਜਾਂਦਾ ਹੈ। ਪਾਤਸ਼ਾਹ ਇਹ ਪਾਵਨ ਬਚਨ ਕਹਿੰਦੇ ਨੇ ਭਾਈ, ਤਾਸ ਚਰਨ ਲਿਵ ਰਹੀ ਹੈ, ਭਗਤੀ ਵਿੱਚ ਪ੍ਰਾਪਤ ਹੋ ਜਾਂਦਾ, ਜਿਨ੍ਹਾਂ ਦੇ ਚਰਨਾਂ ਵਿੱਚ ਬਿਰਤੀ ਨੂੰ ਲਾ ਰੱਖੀਏ। ਗੁਰਮੁਖ ਜੀ ਪ੍ਰਾਨ ਉਪਜੈ, ਗੁਰਮੁਖ ਸੇਵ ਘਰ ਜਾਈਐ। ਗੁਰੂ ਦੁਆਰਾ ਸਮਰੱਥ ਗੁਰੂ ਦੇ ਦਰਸ਼ਨ ਕਰਕੇ ਗੁਰੂ ਦਾ ਉਪਦੇਸ਼ ਹਿਰਦੇ ਵਿੱਚ ਵਸਾਇਆ, ਇਸ ਜੀਵ ਦੇ ਪ੍ਰਾਣ ਵਾਹਿਗੁਰੂ ਦੇ ਭਜਨ ਵਿੱਚ ਪ੍ਰਗਟ ਹੋ ਜਾਂਦੇ ਨੇ, ਮਨ ਜੁੜਦਾ ਹੈ। ਗੁਰੂ ਦੁਆਰੇ ਸ਼ਾਂਤੀ ਘਰ ਵਿੱਚ ਆ ਜਾਂਦੀ। ਇਸ ਹਿਰਦੇ ਘਰ ਵਿੱਚ ਜੋ ਹਿਰਦਾ ਘਰ ਅਸ਼ਾਂਤ ਸੀ, ਚਿੰਤਾ ਤੋਂ ਸੀ, ਸਮਰੱਥ ਗੁਰੂ ਦੇ ਘਰੇ ਆਇਆ, ਮਨ ਸ਼ਾਂਤੀ ਵਿੱਚ ਹੋ ਗਿਆ। ਕੈਸੀਆਂ ਬਖਸ਼ਿਸ਼ਾਂ ਨੇ ਸਤਿਗੁਰੂ ਦੇ ਦਰਸ਼ਨਾਂ ਦੀਆਂ। ਗੁਰੂ ਦੀ ਬਖਸ਼ਿਸ਼ ਮਹਿਰਾਮਤ ਹੀ ਐਸੀ ਹੈ। ਗੁਰਮੁਖ ਨਾਨਕ ਸੱਚ ਸਮਾਈਐ, ਗੁਰਮੁਖ ਨਿਜ ਪਦ ਪਾਈਐ। ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਪਾਵਨ ਉਪਦੇਸ਼ ਦਿੰਦੇ ਨੇ, ਗੁਰੂ ਦੁਆਰਾ ਸੱਚ ਸਰੂਪ ਦੇ ਵਿੱਚ ਭਾਈ ਆਪਣਾ ਸਮਾਵਣਾ ਹੋ ਜਾਂਦਾ। ਗੁਰੂ ਦੁਆਰੇ ਹੀ ਆਪਣੇ ਸਰੂਪ ਪਦ ਨੂੰ ਪਾ ਲਈਦਾ। ਕਿਹੜਾ ਸਰੂਪ ਪਦ ਹੈ? ਇਹ ਆਪਾਂ ਨੂੰ ਅਮੋਲਕ ਜਨਮ ਮਿਲਿਆ, ਮਿਲਣ ਦੀ ਵਾਰੀ ਦਿੱਤੀ ਹੈ ਮੇਰੇ ਵਾਹਿਗੁਰੂ ਨੇ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਏ ਵਾਰੀ। ਫਿਰ ਬਖਸ਼ਿਸ਼ਾਂ ਹੁੰਦੀਆਂ ਨੇ, ਮੇਲ ਹੋ ਜਾਂਦਾ। ਪਰ ਭਾਤੀ ਮਹਲਾ ਪਹਿਲਾ, ਗੁਰ ਪ੍ਰਸਾਦੀ ਵਿਦਿਆ ਵਿਚਾਰੈ, ਪੜ ਪੜ ਪਾਵੈ ਮਾਨ। ਗੁਰ ਪ੍ਰਸਾਦੀ ਵਿਦਿਆ ਵਿਚਾਰੈ, ਪੜ ਪੜ ਪਾਵੈ। ਸਤਿਗੁਰੂ ਦੀ ਬਖਸ਼ਿਸ਼ ਕਿਰਪਾ ਤੇ ਬ੍ਰਹਮ ਵਿਦਿਆ ਨੂੰ ਵਿਚਾਰਦੇ ਹਾਂ। ਪਾਤਸ਼ਾਹ ਫਰਮਾਉਂਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ, ਬ੍ਰਹਮ ਵਿਦਿਆ ਨੂੰ ਪੜ ਪੜ ਕੇ ਮਾਣ ਪਾਈਦਾ। ਆਪ ਆਮਦੇ ਆਪ ਪਰਗਾਸਿਓ, ਪਾਇਆ ਅੰਮ੍ਰਿਤ ਨਾਮ। ਜਦ ਅੰਮ੍ਰਿਤ ਨਾਮ ਨੂੰ ਪਾ ਲਿਆ, ਤਬ ਤਿਸ ਅਭਿਆਸ ਕਰਕੇ ਇਹਨੂੰ ਆਪਣੇ ਆਪ ਸਰੂਪ ਦਾ ਪ੍ਰਕਾਸ਼ ਹੋਇਆ। ਆਪਣੇ ਸਰੀਰ ਦੇ ਅੰਦਰ ਹੀ ਆਤਮਾ ਨੂੰ ਬ੍ਰਹਮ ਰੂਪ ਜਾਣ ਲਿਆ। ਕਰਤਾ ਤੂੰ ਮੇਰਾ ਜਜਮਾਨ, ਇੱਕ ਦਖਣਾ ਹੋ ਤੈ ਪਹਿ ਮੰਗੋ, ਦੇਹ ਆਪਣਾ ਨਾਮ। ਕਰਤਾ ਤੂੰ ਮੇਰਾ ਜਜਮਾਨ, ਹੇ ਸਰਬ ਦੇ ਕਰਤਾ ਰੂਪ ਅਕਾਲ ਪੁਰਖ ਮੇਰੇ ਵਾਹਿਗੁਰੂ, ਤੂੰ ਹੀ ਮੇਰਾ ਜਜਮਾਨ ਹੈ। ਇੱਕ ਦਖਣਾ ਮੈਂ ਤੇਰੇ ਪਾਸੋਂ ਮੰਗਦਾ ਹਾਂ, ਜਾਚਕ ਮੰਗੈ ਦਾਨ। ਤੇਰੇ ਦਰ ਦਾ ਮੰਗਤਾ ਭਿਖਾਰੀ, ਤੇਰੇ ਤੋਂ ਦਾਨ ਮੰਗਦਾ। ਸੋ ਕਿਆ ਮੈਨੂੰ ਆਪਣੇ ਨਾਮ ਰੂਪ ਦਾਨ ਦੇ। ਇਹ ਦਾਨ ਮੰਗਦਾ ਹਾਂ, ਤੇਰੇ ਦਰ ਦਾ ਮੰਗਤਾ। ਇੱਕ ਦਖਣਾ ਹੋ ਤੈ ਪਹਿ ਮੰਗੋ, ਦੇਹ ਆਪਣਾ ਨਾਮ। ਕਿਉਂਕਿ ਭਾਈ ਯੁੱਗ ਕਲ ਯੁੱਗ ਦਾ ਹੈ। ਇਸ ਘੋਰ ਕਲ ਯੁੱਗ ਦੇ ਯੁੱਗ ਦੇ ਵਿੱਚ ਇੱਕ ਨਾਮ ਦੇ ਜਪਿਆ ਆਪਣਾ ਉਧਾਰ ਹੋਣਾ। ਨਾਮ ਤੋਂ ਬਿਨਾ ਉਧਾਰ ਨਹੀਂ। ਜੋ ਧੰਨ ਧੰਨ ਬਾਬਾ ਨੰਦ ਸਿੰਘ ਮਹਾਰਾਜ
ਨਾਮ ਦੇ ਰਸੀਏ ਬ੍ਰਹਮ ਗਿਆਨੀ ਤਤ ਵੇਤੇ ਮਹਾਤਮ, ਜਿਨ੍ਹਾਂ ਨੇ ਨਾਮ ਜਪਿਆ ਉਪਦੇਸ਼ ਨਾਮ ਦਾ ਕੀਤਾ ਕਿ ਭਾਈ ਨਾਮ ਜਪੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਹਾਜ਼ਰਾ ਹਜੂਰ ਜਾਣ ਕੇ ਪੂਜੋ, ਸਤਿਗੁਰੂ ਪ੍ਰਤੱਖ ਬੈਠੇ। ਅੱਜ ਵੀ ਮਹਾਂਪੁਰਸ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉਪਦੇਸ਼ ਦਿੰਦੇ ਨੇ, ਜੋੜਦੇ ਨੇ, ਕਿਉਂਕਿ ਮਹਾਤਮਾ ਰੱਬ ਦੇ ਜਨ ਕਿਤੇ ਜਾਂਦੇ ਨੇ, ਉਹ ਸਦੀਵੀ ਨੇ, ਸਦਾ ਨੇ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ, ਉਹ ਤਾਂ ਸਦੀਵੀ ਹੈ, ਅੰਮ੍ਰਿਤ ਹੈ, ਉਹ ਜਨਮ ਤੇ ਮਰਨ ਵਿੱਚ ਨਹੀਂ ਆਉਂਦੇ। ਪੰਜ ਦਸ ਕਰ ਧਾਵਤ ਰਾਖੇ, ਚੂਕਾ ਮਨ ਅਭਿਮਾਨ। ਪੰਜ ਤਸਕਰ, ਚੋਰ ਤਸਕਰ ਨੂੰ ਚੋਰ ਕਹਿੰਦੇ ਨੇ। ਐਸੇ ਤਸਕਰ ਕਿਹੜੇ ਨੇ? ਪੰਜ ਚੋਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹ ਚੋਰ ਕਿਤੇ ਦੂਰ ਨਹੀਂ ਰਹਿੰਦੇ, ਨਾ ਕਿਤੋਂ ਚੱਲ ਕੇ ਆਉਂਦੇ। ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰਾ। ਅੰਮ੍ਰਿਤ ਲੂਟ ਹੈ, ਮਨ ਮੁਖ ਨਹੀਂ ਬੂਝੈ, ਕੋਈ ਨਾ ਸੁਣੈ ਓਕਾਰਾ। ਅੰਮ੍ਰਿਤ ਸ਼ੁਭ ਗੁਣਾਂ ਨੂੰ ਭਾਈ ਇਹ ਲੁੱਟ ਲੈਂਦੇ ਨੇ, ਪਰ ਮਨ ਮੁਖ ਨੂੰ ਖਬਰ ਨਹੀਂ ਹੁੰਦੀ। ਉਹ ਕਹਿੰਦਾ ਮੈਂ ਜਾਗਦਾ ਹਾਂ, ਪਰ ਜਾਗਦਾ ਲੁੱਟਿਆ ਜਾ ਰਿਹਾ ਹੈ। ਭਾਵ ਅਗਿਆਨ ਅਵਿਦਿਆ ਦੀ ਅੰਧੇਰੀ ਰਾਤ ਵਿੱਚ ਮਾਨੋ ਸੁੱਤਾ ਪਿਆ ਹੈ, ਜਾਗਦਾ ਨਹੀਂ ਹੈ, ਵਾਸਤਵ ਤੇ ਸੁੱਤਾ ਹੈ, ਜਗਤ ਦੀ ਅਵਸਥਾ ਵਿੱਚ ਨਹੀਂ ਆਇਆ। ਕਿਉਂਕਿ ਅਗਿਆਨ ਅਵਿਦਿਆ ਦੇ ਵਿੱਚ ਰਚਿਆ ਹੋਇਆ ਮਨੁੱਖ ਇਹਨਾਂ ਵਿਕਾਰਾਂ ਵਿੱਚ ਗ੍ਰਸਿਆ ਜਾਂਦਾ ਹੈ। ਇਹ ਸੁੱਖ ਆਨੰਦ ਭੋਗ ਰਸ ਮਾਣਦਾ ਹੈ ਕਿ ਆ ਜਗ ਮਿੱਠਾ ਅਗਲਾ ਕਿਨ ਡਿੱਠਾ। ਜੋ ਪਾਤਸ਼ਾਹ ਉਪਦੇਸ਼ ਦਿੰਦੇ ਨੇ, ਪੰਜ ਤਸਕਰ ਧਾਵਤ ਰਾਖੇ, ਚੂਕਾ ਮਨ ਅਭਿਮਾਨ। ਪੰਜ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਵਿਕਾਰ ਗਿਆਨ ਇੰਦਰੇ ਧਾਵਦੇ ਹੋਏ ਰੋਕ ਦਿੱਤੇ ਨੇ। ਮਨ ਦਾ ਹੰਕਾਰ ਵੀ ਦੂਰ ਹੋ ਗਿਆ। ਦ੍ਰਿਸ਼ਟ ਵਿਕਾਰੀ ਦੁਰਮਤ ਭਾਗੀ, ਐਸਾ ਬ੍ਰਹਮ ਗਿਆਨ। ਪਾਤਸ਼ਾਹ ਫਰਮਾਉਂਦੇ ਨੇ, ਹੇ ਪੂਰਨ ਤੇਰਾ ਗਿਆਨ ਹੀ ਐਸਾ ਹੈ ਮੇਰੇ ਵਾਹਿਗੁਰੂ, ਤੇ ਵਿਕਾਰਾਂ ਦੀ ਦ੍ਰਿਸ਼ਟੀ ਨਿਗਾਹ ਕੋਟੀ ਮਤ ਸਭ ਪਾਤਸ਼ਾਹ ਆਪ ਦੀ ਬਖਸ਼ਿਸ਼ ਦੇਣ ਦੂਰ ਹੋ ਗਈ। ਅਬ ਭੋਜਨ ਮੰਗਦੇ ਨੇ, ਕਿਹੜਾ ਭੋਜਨ? ਜਤ ਸਤ ਚਾਵਲ ਦਇਆ ਕਣਕ ਕਰ, ਪ੍ਰਾਪਤ ਪਾਤੀ ਧਾਨ। ਜਤ ਸਤ ਚਾਵਲ ਦਇਆ ਕਣਕ ਕਰ, ਪ੍ਰਾਪਤ ਪਾਤੀ ਧਾਨ। ਜਤ ਸਤ ਰੂਪੀ ਚਾਵਲ ਮੰਗਦੇ ਨੇ, ਦਇਆ ਰੂਪੀ ਕਣਕ। ਤੇਰੇ ਧਿਆਨ ਪ੍ਰਾਪਤੀ ਦੀ ਪੱਤਲ ਮੈਨੂੰ ਦਵੋ, ਸਭ ਪ੍ਰਾਪਤ ਕਰ ਦਿਓ ਪਾਤਸ਼ਾਹੀ ਮੰਗ ਮੰਗਦੇ ਹਾਂ। ਦੂਧ ਕਰਮ ਸੰਤੋਖ ਘਿਓ ਕਰ, ਐਸਾ ਮੰਗੋ ਦਾਨ। ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਇਹ ਪਾਵਨ ਬਚਨ ਕਹਿੰਦੇ ਨੇ, ਐਸਾ ਦਾਨ ਮੰਗਣਾ। ਨਿਸ਼ਕਾਮ ਕਰਮਾਂ ਦਾ ਕਰਨਾ, ਸੇਵਾ ਕਰਤ ਹੋਏ ਨਹਿ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਮਨੁੱਖ ਸੇਵਾ ਟਹਿਲ ਕਰਦਾ, ਪਰ ਕਾਮਨਾ ਹੈ, ਇੱਛਾ ਹੈ, ਨਹਿ ਕਾਮਨਾ ਹੋਵੇ। ਸੇਵਾ ਕਰਤ ਹੋਏ ਨਹਿ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਉਹਨਾਂ ਨੂੰ ਮਿਲਦਾ ਹੈ ਮੇਰਾ ਵਾਹਿਗੁਰੂ। ਨਿਸ਼ਕਾਮ ਕਰਮਾਂ ਦਾ ਕਰਨਾ, ਦੁੱਧ ਸੰਤੋਖ ਰੂਪੀ ਘਿਓ ਕਰ। ਕਿ ਵਾਹਿਗੁਰੂ ਤੇਰੇ ਪਾਸੋਂ ਐਸਾ ਭੋਜਨ ਦਾ ਦਾਨ ਮੰਗਦੇ ਹਾਂ। ਖੇਵਾ ਧੀਰਜ ਕਰ ਗਊ ਲਵੇਰੀ, ਸਹਿਜੇ ਬਛੜਾ ਖੀਰ ਪੀਐ। ਖੇਮਾ ਰੂਪੀ ਲਵੇਰੀ ਗਊ, ਧੀਰਜ ਰੂਪੀ ਵੱਛਾ ਦੇ, ਜਿਸ ਤੇ ਸੁਭਾਵ ਪਾਤਸ਼ਾਹ ਗਰੀਬ ਨਵਾਜ ਨਿਸ਼ਕਾਮ ਕਰਮਾ ਰੂਪੀ ਆਤਮ ਸੁਖ ਰੂਪ ਦੁੱਧ ਪੀ ਬਣਾ ਕਰਕੇ। ਸਹਿਬਤ ਸਰਮ ਕਾ ਕਪੜਾ ਮਾਂਗੋ, ਹਰ ਗੁਣ ਨਾਨਕ ਰਵਤ ਰਖੈ। ਤੇਰੀ ਸਹਿਬਤ, ਤੇਰੇ ਗੁਣ ਗਾਵਾਂ ਦਿਨ ਰਾਤ ਮੇਰੇ ਪਾਤਸ਼ਾਹ।
ਵਿਰਾਗ ਲੱਜਾ ਰੂਪ ਕਪੜਾ ਮੰਗਦਾ ਹਾਂ, ਮੈਨੂੰ ਐਸਾ ਦਾਨ ਦੇ, ਤੇਰੇ ਦਰ ਦਾ ਮੰਗਤਾ, ਤੇਰੇ ਤੋਂ ਦਾਨ ਮੰਗਦਾ ਹੈ। ਹੇ ਮੇਰੇ ਵਾਹਿਗੁਰੂ, ਤੇਰੇ ਗੁਣਾਂ ਨੂੰ ਮੇਰਾ ਮਨ ਦਿਨ ਰਾਤ ਉਚਾਰਨ ਕਰਦਾ ਰਹੇ। ਗੁਣ ਗਾਵਾਂ ਦਿਨ ਰਾਤ, ਨਾਨਕ ਚਾਉ ਏ ਹੋ। ਪਾਤਸ਼ਾਹ ਇਹ ਚਾਹ ਹੈ ਦਿਨ ਰਾਤ ਤੇਰੇ ਗੁਣ ਗਾਵਾਂ, ਤੇਰੀ ਸਿਫਤ ਕਰਾਂ ਇਹ ਮੰਗ ਮੰਗਣੀ ਹੈ। ਪਰ ਭਾਤੀ ਮਹਲਾ ਪਹਿਲਾ, ਆਵਤ ਕਿਨੇ ਨਾ ਰਾਖਿਆ, ਜਾਵਤ ਕਿਉਂ ਰਾਖਿਆ ਜਾਏ। ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਇਹ ਜੀਵ ਸੁਤੰਤਰ ਨਹੀਂ ਹੈ, ਅਧੀਨ ਹੈ, ਅਤੰਤਰ ਹੈ। ਜਣਾਵਦੇ ਹੋਏ ਪਾਤਸ਼ਾਹ ਪਰਿਪੂਰਨ ਵਾਹਿਗੁਰੂ ਦੇ ਸਨਮੁਖ ਬੇਨਤੀ ਕਰਦੇ ਹੋਏ ਪਾਵਨ ਉਪਦੇਸ਼ ਦਿੰਦੇ ਨੇ। ਆਵਤ ਕਿਨੇ ਨਾ ਰਾਖਿਆ, ਜਾਵਤ ਕਿਉਂ ਰਾਖਿਆ ਜਾਏ। ਇਸ ਜੀਵ ਨੂੰ, ਮਨੁੱਖ ਨੂੰ ਆਉਂਦਿਆਂ ਹੋਇਆਂ ਕਿਸੇ ਨੇ ਰੋਕਿਆ ਨਹੀਂ ਕਿ ਕਿਉਂ ਤੂੰ ਜਨਮ ਲਿਆ, ਕਿਉਂ ਆਇਆ। ਤੋ ਜਾਂਦਿਆਂ ਹੋਇਆਂ ਕਿਸੇ ਤੇ ਕਿਉਂ ਰੋਕਿਆ ਜਾਂਦਾ। ਭਾਵ ਕਿ ਜੀਵ ਨੂੰ ਜਨਮ ਦੇ ਮਰਦੇ ਹੋਏ ਕੋਈ ਨਹੀਂ ਰੋਕ ਸਕਦਾ। ਜੋ ਆਇਆ ਉਸਨੇ ਅਵਸ਼ ਇੱਕ ਦਿਨ ਜਾਣਾ ਹੈ। ਸੰਜੋਗ ਵਿਯੋਗ ਧੁਰੋਂ ਹੀ ਹੁਆ, ਇਹ ਧੁਰੋਂ ਹੋਇਆ। ਜੇਕਰ ਰੁਕ ਸਕੇ ਤਾਂ ਖੋਟੇ ਲਗਨ ਵਿੱਚ ਜਨਮ ਨਾ ਹੋਣ ਦੇਵੇ, ਸ਼ੁਭ ਵਿੱਚ ਜਮਾ ਲਵੇ, ਕਿਉਂਕਿ ਕੋਈ ਰੋਕ ਨਹੀਂ ਸਕਦਾ। ਜਿਸ ਤੇ ਹੋਆ ਸੋਈ ਭਰ ਜਾਣੈ, ਜਾਂ ਉਸ ਹੀ ਮਾਹੇ ਸਮਾਏ। ਪਾਤਸ਼ਾਹ ਫਰਮਾਉਂਦੇ ਨੇ, ਜਿਸ ਮੇਰੇ ਪਰਿਪੂਰਨ ਪਰਮਾਤਮਾ ਤੇ ਇਹ ਜੀਵ ਹੋਇਆ, ਕਿਉਂਕਿ ਸੱਜਣ ਵਾਲਾ ਕੋਈ ਦੂਜਾ ਨਹੀਂ, ਮੇਰਾ ਵਾਹਿਗੁਰੂ ਹੈ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸਾਜਣ ਵਾਲਾ ਇੱਕ ਹੀ ਹੈ, ਮੇਰਾ ਵਾਹਿਗੁਰੂ। ਜਿਸ ਤੇ ਹੋਆ ਸੋਈ ਪਦ ਜਾਣੈ, ਜਿਸ ਮੇਰੇ ਵਾਹਿਗੁਰੂ ਤੇ ਜੀਵ ਹੋਇਆ, ਸੋਈ ਤਿਸ ਦੇ ਸਰੂਪ ਨੂੰ ਜਦ ਇਹ ਜੀਵ ਭਲੀ ਪ੍ਰਕਾਰ ਜਾਣ ਲਵੇ, ਉਸੀ ਦੇ ਵਿੱਚ ਇਹ ਸਮਾ ਜਾਂਦਾ ਹੈ। ਕਿਉਂਕਿ ਮਨੁੱਖ ਦਾ ਲਕਸ਼, ਪ੍ਰਯੋਜਨ ਕੀ ਹੈ ਜਗਤ ਵਿੱਚ ਆਉਣ ਦਾ, ਕਿ ਮਿਲਣਾ ਹੈ ਉਸ ਵਾਹਿਗੁਰੂ ਨੂੰ ਜਾਣਨਾ ਕਰਨਾ ਹੈ। ਇਹੀ ਸੁਭਾਅ ਹੈ, ਪ੍ਰਯੋਜਨ ਹੈ। ਇਹ ਮਿਲਣ ਦੀ ਵਾਰੀ ਹੈ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਵਾਰੀ। ਓ ਹੈ ਵਾਹੋ ਤੇਰੀ ਰਜਾਏ, ਜੋ ਕਿਛ ਕਰੇ ਸੋਈ ਪਰ ਹੋਏ ਵਾ, ਅਵਰ ਨ ਕਰਨਾ ਜਾਏ। हे ਮੇਰੇ ਵਾਹਿਗੁਰੂ, ਤੂੰ ਅਚਰਜ ਰੂਪ ਹੈ, ਜੋ ਤੇਰੀ ਰਜਾ ਸੋਈ ਹੁੰਦੀ ਹੈ। ਕਿਉਂਕਿ ਜੋ ਤੂੰ ਕਰਦਾ ਹੈ ਸੋਈ ਵਿਸ਼ੇਸ਼ ਕਰਕੇ ਹੁੰਦਾ ਹੈ। ਕਰਨ ਖਾਸ ਤੂੰ ਹੈ, ਕੋਈ ਦੂਜਾ ਨਹੀਂ। ਔਰ ਕਿਸੇ ਪਾਸੋਂ ਕੁਝ ਕੀਤਾ ਨਹੀਂ ਜਾਂਦਾ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਈ ਦੂਜਾ ਨਹੀਂ, ਇੱਕ ਮੇਰਾ ਵਾਹਿਗੁਰੂ। जैसे हर हट की माला टिंड लगत है, एक सखनी होर फिर भरीयत है। पातशाह दृष्टांत दे के समझाते ने सतगुरु गरीब नवाज श्री गुरु नानक देव महाराज जी। जैसे हर हट की माला टिंड लगत है, एक सखनी होर फिर भरीयत है। ਸੰਸਾਰ ਦੇ ਜੀਵਾਂ ਦੇ ਆਵਣ ਵਿੱਚ ਦ੍ਰਿਸ਼ਟਾਂਤ ਦਿੰਦੇ ਨੇ। ਜੈਸੇ ਹਰਹਟ ਦੀ ਬਾਹਰ ਡੰਡਾਂ ਲੱਗੀਆਂ ਹੁੰਦੀਆਂ, ਉਹਨਾਂ ਵਿੱਚੋਂ ਇੱਕ ਜਲ ਤੇ ਖਾਲੀ ਹੁੰਦੀ, ਇੱਕ ਫੇਰ ਭਰੀ ਜਾਂਦੀ ਹੈ। ਤੈਸੋ ਹੀ ਉਹ ਖੇਲ ਕਸਮ ਕਾ, ਜਿਉਂ ਉਸ ਕੀ ਵਡਿਆਈ। ਪਾਤਸ਼ਾਹ ਫਰਮਾਉਂਦੇ ਨੇ,
हे भाई जगत दे लोगो, ऐसा खेल उस विधाते दा है, तैसो ही एहो खेल खसम का, ज्यों उसकी वडियाई। ऐसा इस संसार में जीवां दा व्यवहार भी तिस खसम दा एक खेल कीता होया है। आवन जान एक खेल बनाया, आग्याकारी कीनी माया, एक खेल है मेरे वाहिगुरु परवतगार। आउणा ते जाना, जमना ते मरना, एक खेल रचिया है विधाता। जैसे तिस दी इच्छा हुंदी है मेरे वाहिगुरु निरंकार दी, सोई हुंदा है। एक संपता करके पूर्ण हो जाते ने, एक खाली हो जाते ने। भिखारी ते राज करावे राजा ते भिखारी, वो ऐसा मालिक है। भिखारी नू राज गद्दी ते और राजे नू मंगता दर दर दा बना दिंदा। सुरती कै मार्ग चल कै उलटी नदर परगास। सुरती कै मार्ग चल कै उलटी नदर परगास। जिन्हां दी वेद मार्ग विच चल के संसार ते बिरती उलट गई, ਉਹ ਸਨਮੁਖ ਮੇਰੇ ਵਾਹਿਗੁਰੂ ਦੇ ਹੋ ਗਏ, ਤਿਨਾਂ ਨੂੰ ਬ੍ਰਹਮ ਦ੍ਰਿਸ਼ਟੀ ਦਾ ਪ੍ਰਕਾਸ਼ ਹੋ ਗਿਆ। ਮਨ ਵਿਚਾਰ ਦੇਖ ਬ੍ਰਹਮ ਗਿਆਨੀ, ਕੌਣ ਗਿਰੀ ਕੌਣ ਉਦਾਸੀ। हे ਬ੍ਰਹਮ ਗਿਆਨੀ ਜਨੋ, ਮਨ ਵਿੱਚ ਵਿਚਾਰ ਕਰਕੇ ਦੇਖਣਾ ਕਰੋ, ਵਿਚਾਰੋ ਤੇ ਤਿਸ ਵਾਹਿਗੁਰੂ ਤੋਂ ਬਿਨਾਂ ਕੌਣ ਗ੍ਰਸਤੀ ਕੌਣ ਉਦਾਸੀ। ਭਾਵ ਇਹ ਕਿ ਤਿਸ ਦੇ ਬਿਨਾਂ ਨਾ ਕੋਈ ਗ੍ਰਸਤੀ ਨਾ ਕੋਈ ਉਦਾਸੀ, ਸਭ ਰੂਪ ਮੇਰਾ ਵਾਹਿਗੁਰੂ। जोगी अंदर जोगिया तू भोगी अंदर भोगिया, तेरा अंत ना पाया सुरग मछ पया। बड़ा जोगी भी मेरा वाहिगुरु, बड़ा भोगी भी मेरा वाहिगुरू। क्योंकि आप वो चोजी प्रीतम है, भिन्न भिन्न चोज करदा है, देखदा तकदा है। ओहो वेखै ओ ना नदर ना आवे, बहुता एहो बड़ा। जिस की आशा तिस ही सौंप कै एहो रहा निर्माण। जिस की आशा तिस ही सौंप कै एहो रहा निर्माण। जिसकी यह आशा लगाई है, क्योंकि आशा भी उस वाहिगुरु ने लाई है, अपने आप नहीं। किसी नू सौंप के भावे कि सब कुछ परमेश्वर के अधीन जान के आप निराश हो के इस नू निर्दुख हो रहा चाहिए। क्योंकि उस दाते दा सब कुछ दिता, जे उस दाते अगे भेटा कर दईए कि हे मेरे परवतगार मेरे वाहिगुरू, तन मन धन सब तेरा तैनू सौंपिया, कि मेरा तो कुछ भी नहीं कबीर, मेरा मुझ में किछ नहीं, जो किछ है सो तेरा। तेरा तुझको सौंपते क्या लागे मेरा, मेरे वाहिगुरू तेरा तैनू सौंपिया, मेरा तो कुछ नहीं। सब कुछ तेरा सी, तैनू अर्पण कर दिता। गुरुदेव गुरु अमरदास महाराज जी के पावन बचन ने श्री आनंद साहिब दे, तन मन धन सब सौंप गुर को हुक्म मनिया। तन ते मन धन गुरु नू दे दे, फिर हुक्म मन प्राप्ति है। जिस ते हो आसे घर मानिया, नानक गिरही उदासी सो परवान। पातशाह सतगुरु गुरु नानक देव महाराज जी पावन बचन कहते हैं, भाई जिस ते हो आस सोई कर मानिया, नानक गिर ही उदासी सो परवान। जिस वाहिगुरु ते संसार होया, कोई दूजा साजन वाला नहीं। अवल अल्लाह नूर ही उपाया, कुदरत के सब बंदे। एक नूर ते सब जग उपजया, कौन भले को बंदे।
ਸਾਜਣ ਵਾਲਾ ਇੱਕ ਹੀ ਹੈ, ਦੋ ਨਹੀਂ। ਇਹ ਸੰਸਾਰ ਨੂੰ ਸਾਜਿਆ ਰਚਿਆ ਮੇਰੇ ਵਾਹਿਗੁਰੂ ਨੇ। ਸੋਈ ਜਿਸ ਨੇ ਮਨਨ ਕੀਤਾ, ਚਾਹੇ ਗ੍ਰਸਤੀ ਹੋਵੇ ਚਾਹੇ ਉਦਾਸੀ ਹੋਵੇ, ਉਹ ਪਰਵਾਨ ਹੈ ਜੋ ਜਪਦਾ ਹੈ। ਪ੍ਰਭਾਤੀ ਮਹਲਾ ਪਹਿਲਾ, ਦਿਸਟ ਵਿਕਾਰੀ ਬੰਧਨ ਬਾਂਧੈ, ਹਉ ਤਿਸ ਕੈ ਬਲ ਜਾਈ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਵਨ ਉਪਦੇਸ਼ ਬਖਸ਼ਦੇ ਨੇ ਨਾਮ ਜਪਣ ਦਾ। ਦਿਸ਼ਟ ਵਿਕਾਰੀ ਬੰਧਨ ਬਾਂਧੈ, ਹਉ ਤਿਸ ਕੈ ਬਲ ਜਾਈ। ਇਹ ਜੋ ਦੇਖਣਾ ਤੱਕਣਾ ਇਹ ਵਿਕਾਰੀ ਨਾ ਹੋਵੇ, ਇਹ ਵੀ ਬੰਧਨ ਨੇ, ਫਾਈਆਂ ਨੇ। ਪਾਤਸ਼ਾਹ ਕਹਿੰਦੇ ਜੋ ਪੁਰਸ਼ ਵਿਕਾਰ ਦੀ ਦ੍ਰਿਸ਼ਟੀ ਨੂੰ ਵਿਚਾਰ ਰੂਪੀ ਬੰਧਨ ਨਾਲ ਬੰਨ ਲਵੇ, ਕਿ ਇਹ ਦ੍ਰਿਸ਼ਟੀ ਨਹੀਂ ਤੂੰ ਰੱਖਣੀ ਵਿਕਾਰਾਂ ਦੀ, ਸ਼ੁਭ ਦ੍ਰਿਸ਼ਟੀ ਕਰ। ਪਾਤਸ਼ਾਹ ਕਹਿੰਦੇ ਨੇ ਵਿਚਾਰ ਰੂਪੀ ਬੰਧਨ ਨਾਲ ਬੰਨਣਾ ਹੈ। ਮਨ ਲੋਚੈ ਬੁਰਿਆਈਆਂ ਗੁਰ ਸਭ ਦੀ, ਇਹੋ ਮਨ ਖੋੜੀ ਹੈ। ਗੁਰੂ ਦਾ ਬਚਨ, ਮੇਰੇ ਪਾਤਸ਼ਾਹ ਦਾ ਬਚਨ ਹੈ, ਮਨ ਬੁਰਿਆਈਆਂ ਲੋਚੇ। ਫਿਰ ਗੁਰੂ ਦੇ ਸ਼ਬਦ ਦਾ ਧਿਆਨ ਧਰ, ਨਾਮ ਜਪ, ਗੁਰੂ ਅੱਗੇ ਅਰਦਾਸ। ਜੀ ਕੀ ਵਿਵਸਥਾ ਹੋਏ ਗੁਰ ਪਹਿ ਅਰਦਾਸ ਕਰ। ਪਾਤਸ਼ਾਹ ਕੀ ਬਚਨ ਕਹਿੰਦੇ ਨੇ, ਦਿਸ਼ਟ ਵਿਕਾਰੀ ਬੰਧਨ ਬਾਂਧੈ। ਜੋ ਪੁਰਸ਼ ਵਿਕਾਰ ਦ੍ਰਿਸ਼ਟੀ ਨੂੰ ਵਿਚਾਰ ਰੂਪੀ ਬੰਧਨ ਨਾਲ ਬੰਨ ਲਵੇ, ਗੁਰੂ ਦਾ ਬਚਨ ਯਾਦ ਕਰੇ। ਪਾਤਸ਼ਾਹ ਕਹਿੰਦੇ ਨੇ ਅਸੀਂ ਉਸ ਤੇ ਬਲਿਹਾਰ ਜਾਂਦੇ, ਹਉ ਤਿਸ ਕੈ ਬਲ ਜਾਈ। ਪਾਪ ਪੁੰਨ ਕੀ ਸਾਰ ਨਾ ਜਾਣੈ, ਭੂਲਾ ਫਿਰੈ ਅਜਾਈ। ਤਿਸ ਵਿਚਾਰ ਤੋਂ ਬਿਨਾ ਜੋ ਵਿਚਾਰੀ ਨਹੀਂ, ਸਿੱਖੀ ਸਿੱਖਿਆ ਗੁਰ ਵਿਚਾਰ। ਗੁਰੂ ਦਾ ਸਿੱਖ ਹੈ ਵਿਚਾਰੀ ਬਣ, ਪਾਪ ਤੇ ਪੁੰਨ ਦਾ ਵਿਚਾਰ ਕਰ। ਇਹ ਪਾਪ ਕੈਸਾ ਫਲ ਮਿਲੇਗਾ, ਇਹ ਪੁੰਨ ਹੈ ਕੈਸਾ ਫਲ ਮਿਲੇਗਾ। ਬਿਰਲੇ ਵਿਚਾਰਦੇ ਨਹੀਂ, ਸਾਰੇ ਵਿਚਾਰਦੇ ਨੇ। ਸੋ ਤੇ ਕੀ ਕਹਿੰਦੇ ਨੇ, ਜੇ ਕੋਈ ਭਲਾ ਪੁਰਸ਼ ਕਹੇ ਆ ਜਗ ਮਿੱਠਾ ਅਗਲਾ ਕਿਨ ਡਿੱਠਾ। ਪਰ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਜਗਤ ਦੇ ਮਾਲਕ, ਜਗਤ ਗੁਰੂ ਸਤਿਗੁਰੂ ਆਪਣੀ ਬਾਣੀ ਵਿੱਚ ਇਹ ਉਪਦੇਸ਼ ਦਿੰਦੇ ਨੇ, ਭਾਈ ਪਾਪ ਪੁੰਨ ਕੀ ਸਾਰ ਨਾ ਜਾਣੈ। ਤਿਸ ਵਿਚਾਰ ਤੋਂ ਬਿਨਾਂ ਇਹ ਜੀ ਪਾਪ ਤੇ ਪੁੰਨ ਦੀ ਖਬਰ ਨਹੀਂ ਜਾਣਦਾ, ਜੇ ਵਿਚਾਰੀ ਨਾ ਬਣੇ। ਤਿਸ ਵਾਹਿਗੁਰੂ ਦੇ ਨਾਮ ਤੋਂ ਭੁੱਲਿਆ ਹੋਇਆ, ਪਰਮੇਸ਼ਰ ਦੇ ਭੁੱਲਿਆ ਵਿਆਪਣ ਸਭੇ ਰੋਗ। ਬੇਮੁਖ ਹੋਏ ਰਾਮ ਤੇ ਲੱਗਨ ਜਨਮ ਵਜੋ। ਖਿੰਨਵੈ ਕੌੜੇ ਹੋਏਗੇ ਜਿਤੜੇ ਮਾਇਆ ਭੋਗ। ਤੇ ਮਾਇਆ ਦੇ ਭੋਗਾਂ ਨੂੰ ਮਿੱਠੇ ਕਰਕੇ ਭੋਗਦਾ ਸੀ, ਮਾਣਦਾ ਸੀ ਕਿ ਮੈਨੂੰ ਕੁਝ ਨਹੀਂ ਹੋਣਾ। ਪਰ ਉਸ ਦਾਤੇ ਮੇਰੇ ਪ੍ਰਭੂ ਦੀ ਰਜ਼ਾ ਦਾ ਨਹੀਂ ਪਤਾ। ਕਿਨ ਪਲ ਵਿੱਚ ਉਹ ਜ਼ਹਿਰਵਤ ਕੌੜੇ ਹੋ ਜਾਣੇ ਨੇ, ਮਿੱਠੇ ਭੋਗ ਕੌੜੇ ਹੋ ਜਾਣੇ ਨੇ। ਕਿਉਂਕਿ ਉਹ ਦਾਤਾ ਮੇਰਾ ਵਾਹਿਗੁਰੂ ਸਰਬ ਵਿਆਪਕ, ਸਭਨਾਂ ਨੂੰ ਦੇਖਦਾ ਤੇ ਸੁਣਦਾ ਹੈ। ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਹਾਂ ਛੁਪਾਵੈ। ਉਸ ਦਾਤੇ ਮੇਰੇ ਵਾਹਿਗੁਰੂ ਤੋਂ ਕਿਵੇਂ ਛੁਪਾ ਲਵੇਂਗਾ, ਜਗ ਤੋਂ ਛੁਪਾ ਲਵੇਂਗਾ, ਤਰਲੋਕੀ ਦੇ ਮਾਲਕ ਤੋਂ ਛੁਪਾ ਨਹੀਂ ਸਕਦਾ। ਜਿਸ ਨੇ ਤੈਨੂੰ ਸਾਜਿਆ, ਸੁੰਦਰ ਤਨ ਬਣਾਇਆ, ਵਿੱਚ ਆਪ ਵੀ ਬੈਠਾ ਹੈ। ਕਿਨ ਪਲ ਦੀ ਉਸ ਦਾਤੇ ਨੂੰ ਖਬਰ ਹੈ। ਕਲਗੀਧਰ ਮਹਾਰਾਜ ਸਤਿਗੁਰੂ ਕੀ ਬਚਨ ਕਹਿੰਦੇ ਨੇ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਘਟ ਘਟ ਦਾ ਜਾਣੀ ਜਾਣ ਮੇਰਾ ਵਾਹਿਗੁਰੂ। ਸੰਕਲਪ ਤੇ ਵਿਕਲਪ ਆਪਣੇ ਫੁਰਨੇ ਫੁਰਦੇ ਨੇ, ਭਲੇ ਤੇ ਬੁਰੇ ਨੂੰ ਉਹ ਜਾਣਦਾ ਹੈ।
ਕਿਵੇਂ ਮੁਨਕਰ ਹੋਵੇਗਾ ਉਸ ਦਾਤੇ ਅੱਗੇ। ਕਿਨ ਪਲ ਦਾ ਵੀ ਹਿਸਾਬ ਦੇਣਾ ਪੈਣਾ, ਪਾਪ ਪੁੰਨ ਕੀ ਸਾਰ ਨਾ ਜਾਣ, ਭੂਲਾ ਫਿਰੈ ਅਜਾਈ। ਇਸ ਕਰਕੇ ਤੇ ਹਰੀ ਦੇ ਨਾਮ ਤੋਂ ਭੁੱਲਿਆ ਹੋਇਆ, ਪਰਮੇਸ਼ਰ ਦੇ ਭੁੱਲਿਆ ਵਿਆਪਣ ਸਭੇਰੋ। ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਤੇ ਜਨਮਾਂ ਦੇ ਵਿਜੋਗ ਲੱਗ ਜਾਂਦੇ, ਇੱਕ ਜਨਮ ਦਾ ਨਹੀਂ, ਫਿਰ ਵਾਰੀ ਨਹੀਂ ਮਿਲਦੀ। ਭਾਈ ਮੂਲਾ ਖੱਤਰੀ ਸਤਿਗੁਰੂ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਬੇਮੁਖ ਹੋਇਆ, ਮੋਹ ਦੀ ਤੰਦ ਵਿੱਚ ਵੱਜਿਆ ਗਿਆ, ਲੁਕ ਗਿਆ ਵਾਰੇ। ਇਸਤਰੀ ਨੇ ਕਿਹਾ ਘਰ ਹੈ ਹੀ ਨਹੀਂ, ਜਵਾਬ ਦੇ ਦਿੱਤਾ ਹੈ ਨਹੀਂ ਤਾਂ ਫਿਰ ਹੈ ਨਹੀਂ, ਤਤਕਾਲ ਸਭ ਲੜਿਆ ਮਰ। ਫਿਰ ਪਾਤਸ਼ਾਹ ਦੇ ਚਰਨਾਂ ਵਿੱਚ ਲੈ ਕੇ ਆਏ ਸੰਬੰਧੀ, ਬੜੇ ਵਿਰਾਗ ਬੇਨਤੀਆਂ ਕੀਤੀਆਂ। ਪਾਤਸ਼ਾਹ ਕਹਿਣ ਲੱਗੇ ਇਸਨੇ ਸਾਡੇ ਅੱਗੇ ਝੂਠ ਬੋਲਿਆ, ਨਾਲ ਵੀ ਸਤਿਗੁਰਾਂ ਦੇ ਰਿਹਾ 6-7 ਸਾਲ। ਪਾਤਸ਼ਾਹ ਨੇ ਫਿਰ ਇਹ ਬਖਸ਼ਿਸ਼ ਕੀਤੀ, ਕਹਿਣ ਲੱਗੇ ਹੁਣ 10ਵੇਂ ਜਾਮੇ ਵਿੱਚ ਬਖਸ਼ਾਂਗੇ। ਹਜੂਰ ਸਾਹਿਬ ਦੇ ਨਜ਼ਦੀਕ ਉਹ ਸਥਾਨ ਬਣਿਆ ਜਿੱਥੇ ਕਲਗੀਧਰ ਮਹਾਰਾਜ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਹੀ ਦਾ ਸ਼ਿਕਾਰ ਕੀਤਾ ਤੇ ਬੇਨਤੀ ਕੀਤੀ। ਸਿੱਖਾਂ ਨੇ ਰੂਹ ਪ੍ਰਗਟ ਹੋਈ ਭਾਈ ਮੂਲੇ ਖੱਤਰੀ ਦੀ। ਸਤਿਗੁਰਾਂ ਨੇ ਬਖਸ਼ਿਸ਼ਾਂ ਕੀਤੀਆਂ, ਭਾਈ ਸਾਡਾ ਬਚਨ ਹੋਇਆ ਸੀ, ਹੁਣ ਬੈਕੁੰਠ ਨੂੰ ਗਿਆ। ਕਿੰਨੇ ਜਨਮ ਪਾਏ ਕਿੰਨੇ ਦੁੱਖ ਪਾਏ, ਇੱਕ ਗੁਰੂ ਤੋਂ ਬੇਮੁਖ ਹੋਇਆ ਤੇ ਜਨਮਾਂ ਦਾ ਵਿਜੋਗ ਲੱਗ ਜਾਂਦਾ ਹੈ। ਫਿਰ ਭਰਮ ਦਾ ਫਿਰਦਾ ਹੈ ਮਨੁੱਖ, ਬੋਲੋ ਸਚ ਨਾਮ ਕਰਤਾਰ, ਪੁਨ ਬੋੜ ਨਾ ਆਵਣ ਵਾਰੋ। ਸਤਿਗੁਰੂ ਪਾਤਸ਼ਾਹ ਪਾਵਨ ਬਚਨ ਕਹਿੰਦੇ ਨੇ, ਬੋਲੋ ਸੱਚ ਨਾਮ ਕਰਤਾ। ਕਿ ਭਾਈ ਕਰਤਾਰ ਦੇ ਸੱਚੇ ਨਾਮ ਦਾ ਉਚਾਰਨ ਕਰੋ, ਨਾਮ ਹੀ ਸਤ ਹੈ। ਪੁਨ ਬੋਹੜ ਨਾ ਆਵਣ ਵਾਰ, ਜਿਸ ਨਾਮ ਦੇ ਉਚਾਰਨ ਕਰਨੇ ਤੇ ਵਾਰੰਵਾਰ ਸੰਸਾਰ ਵਿੱਚ ਤੇਰਾ ਆਉਣਾ ਜਾਣਾ ਨਹੀਂ ਹੋਵੇਗਾ, ਜਨਮਾਂ ਤੋਂ ਰਹਿਤ ਹੋ ਜਾਵੇਗਾ। ਉਹ ਜਨਮ ਵਿੱਚ ਨਹੀਂ ਪੈਂਦੇ ਕੌਣ, ਜੋ ਮੇਰੇ ਵਾਹਿਗੁਰੂ ਦੇ ਲੜ ਲੱਗ ਜਾਂਦੇ, ਜੋ ਨਾਮ ਨੂੰ ਜਪਦੇ। ਜੰਮਣ ਵਣ ਨਾ ਤੈਨ ਕੋ, ਜੋ ਹਰ ਲੜ ਲਾਗੇ, ਜੀਵਤ ਸੇ ਪ੍ਰਵਾਨ ਹੋਏ ਹਰ ਕੀਰਤਨ ਜਾਗੇ। ਜੋ ਜਾਗੇ ਨੇ ਸੱਚੇ ਦੀ ਕੀਰਤੀ ਵਿੱਚ, ਜਪਦੇ ਨੇ ਨਾਮ ਨੂੰ, ਵਿਚਰਦੇ ਨੇ ਭੈ ਦੇ ਵਿੱਚ। ਪਾਤਸ਼ਾਹ ਦੇ ਬੱਚੇ ਨੇ ਭੈ ਵਿੱਚ ਜੋ ਵਸਦੇ ਨੇ, ਇੱਥੇ ਸੁੱਖ ਤੇ ਵਡਿਆਈਆਂ ਦਰਗਾਹ ਵਿੱਚ ਵੀ ਮੁੱਖ ਉਜਲਾ। ਭੈ ਵਿੱਚ ਵੈਸੈ ਭੈ ਰਹਿ, ਭੈ ਵਿੱਚ ਖਮਾਵੈ ਕਾਰ, ਇੱਥੇ ਸੁੱਖ ਵਡਿਆਈਆਂ ਦਰਗਾਹ ਮੋਖ ਦੁਆਰ। ਇਸ ਲੋਕ ਵਿੱਚ ਸੁੱਖ ਵਡਿਆਈਆਂ ਦਰਗਾਹ ਵਿੱਚ ਵੀ ਮੁੱਖ ਉਜਲਾ, ਕਿਉਂਕਿ ਭੈ ਮੰਨਿਆ ਆਪਣੀ ਸਮਰੱਥ ਵਾਹਿਗੁਰੂ ਦਾ, ਕਿ ਮੇਰਾ ਵਾਹਿਗੁਰੂ ਦੇਖਦਾ ਹੈ ਸੁਣਦਾ ਹੈ, ਮੈਂ ਉਸ ਤੋਂ ਮੁਨਕਰ ਨਹੀਂ ਹੋ ਸਕਦਾ। ਜਗਤ ਤੋਂ ਛੁਪਾ ਲਵਾਂਗਾ, ਮੇਰਾ ਵਾਹਿਗੁਰੂ ਤਾਂ ਗਿਰਦੇ ਘਰ ਵਿੱਚ ਬੈਠਾ ਹੈ। ਊਚਾ ਤੇ ਪੁਨ ਨੀਚ ਕਰਤ ਹੈ, ਨੀਚ ਕਰੈ ਸੁਲਤਾਨ। ਪਾਤਸ਼ਾਹ ਪਾਵਨ ਬਚਨ ਕਹਿੰਦੇ ਨੇ, ਊਚਾ ਤੇ ਪੁਨ ਨੀਚ ਕਰਤ ਹੈ, ਨੀਚ ਕਰੈ ਸੁਲਤਾਨ। ਉਤਮਾਂ ਤੋਂ ਨੀਚ ਕਰ ਦਿੰਦਾ ਹੈ, ਔਰ ਨੀਚਾਂ ਤੋਂ ਪਾਤਸ਼ਾਹ ਬਣਾ ਦਿੰਦਾ ਹੈ। ਕੈਸਾ ਦਾਤਾ ਹੈ। ਕਿਨ ਪਲ ਵਿੱਚ ਰੰਕ ਨੂੰ ਰਾਜਾ, ਰਾਜੇ ਨੂੰ ਰੰਕ, ਉਹ ਐਸਾ ਦਾਤਾ ਹੈ। ਜਿਨੇ ਜਾਣ ਸੁਜਾਣਿਆ ਜਗ ਤੇ ਪੂਰੇ ਪਰਵਾਨ। ਜਿਨ ਸੁਜਾਣਾ ਨੇ, ਸੱਜਣਾ ਨੇ,
परिपूरन मेरे वाहिगुरु नू जानिया, ਉਹ ਜਗਤ ਵਿੱਚ ਗੁਣਾ ਕਰਕੇ ਭਾਈ ਪੂਰਨ ਹੋ ਗਏ। ਸਭ ਵਿੱਚ ਪ੍ਰਮਾਣ ਹੋ ਗਏ। ਤਾ ਕੋ ਸਮਝਾਵਣ ਜਾਈਐ, ਜੇ ਕੋ ਭੂਲਾ ਹੋਈ। ਪਾਤਸ਼ਾਹ ਫਰਮਾਉਂਦੇ ਨੇ, ਮਨੁੱਖ ਸੁਤੇ ਕਹਿੰਦਾ ਪਰ ਉਸ ਦਾਤੇ ਮੇਰੇ ਵਾਹਿਗੁਰੂ ਨੂੰ ਇੰਜ ਨਹੀਂ, ਉਸਨੇ ਇੰਜ ਕਿਉਂ ਕੀਤਾ, ਕਿਉਂ ਕਰਦਾ। ਪਾਤਸ਼ਾਹ ਫਰਮਾਉਂਦੇ ਨੇ, ਪਿਆਰਿਆ ਤਾ ਕੋ ਸਮਝਾਵਣ ਜਾਈਐ, ਜੇ ਕੋ ਭੁੱਲਾ ਤਿਸ ਕੋ ਤਾਂ ਸਮਝਾਵਣ ਜਾਈਏ, ਇਹ ਕਦ ਭੁੱਲਿਆ ਹੋਇਆ ਹੋਵੇ। ਪਰਮੇਸ਼ਰ ਅਭੁੱਲ ਹੈ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾ। ਸੰਸਾਰ ਭੁੱਲਾਂ ਕਰਦਾ ਹੈ, ਪਰ ਮੇਰਾ ਵਾਹਿਗੁਰੂ ਤਾਂ ਅਭੁੱਲ ਹੈ। ਇਹ ਜੀਵ ਤਾਂ ਸਦੀਵੀ ਭੁੱਲਾਂ ਕਰਦਾ ਹੈ, ਭੁੱਲਣ ਖਾਦ, ਪਰ ਮੇਰਾ ਵਾਹਿਗੁਰੂ ਉਹ ਭੁੱਲ ਹੈ, ਉਹ ਭੁੱਲ ਨਹੀਂ ਕਰਦਾ। ਆਪੇ ਖੇਲ ਕਰੇ ਸਭ ਕਰਤਾ, ਐਸਾ ਬੂਝੈ ਕੋਈ। ਸਰਬ ਦਾ ਕਰਤਾ ਮੇਰਾ ਪਰਿਪੂਰਨ ਪਰਮਾਤਮਾ, ਸੰਪੂਰਨ ਖੇਲ ਭਾਈ ਆਪ ਕਰਿਆ। ਪਰੰਤੂ ਤਿਸਨੂੰ ਇਸ ਪ੍ਰਕਾਰ ਕੋਈ ਵਿਰਲਾ ਸਮਝਦਾ ਹੈ। ਖੈਣ ਵਿਰਲੇ ਨਾਹੀ ਘਣੇ, ਪੈਲ ਪਕੜ ਸੰਸਾਰ। ਉਹ ਘਣੇ ਨਹੀਂ ਹੁੰਦੇ, ਉਹ ਵਿਰਲੇ ਹੁੰਦੇ ਨੇ ਜੱਗ ਵਿੱਚ। ਰੱਬ ਦੇ ਜਨ ਪਿਆਰੇ ਭਗਤ ਸੰਤ ਜੋ ਜਾਣ ਲੈਂਦੇ ਨੇ ਖੇਲ ਮੇਰੇ ਪ੍ਰਭੂ ਨੇ ਕੀਤਾ। ਇਹ ਉਸ ਦਾਤੇ ਦੀ ਰਚਨਾ ਹੈ, ਜਿਸਨੇ ਆਪ ਰਚੀ ਹੈ, ਸਭਨਾਂ ਦੀ ਖਬਰ ਸੰਭਾਲ ਕਰਦਾ ਹੈ। ਉਹ ਦਾਤਾ ਹੈ, ਸਭ ਕੁਝ ਦੇਖਦਾ ਹੈ, ਸੁਣਦਾ ਹੈ ਕਿ ਜਗਤ ਵਿੱਚ ਕੈਸੇ ਵਰਤਾਰੇ ਵਰਤ ਰਹੇ, ਉਸ ਤੋਂ ਕੋਈ ਓਲਾ ਨਹੀਂ ਹੈ। ਉਹ ਚੋਜੀ ਪ੍ਰੀਤਮ ਹੈ, ਚੋਜ ਰਚ ਰਚ ਕੇ ਦੇਖਦਾ ਹੈ। ਨਾਉ ਪਰ ਭਾਤੈ ਸ਼ਬਦ ਧਿਆਈਐ, ਛੋਡੋ ਦੁਨੀ ਭਰੀਤਾ। ਗੁਰੂ ਨਾਨਕ ਦੇਵ ਮਹਾਰਾਜ ਜਗਤ ਗੁਰੂ ਪਾਤਸ਼ਾਹ ਉਪਦੇਸ਼ ਦਿੰਦੇ ਨੇ, ਪਿਆਰਿਓ ਗੁਰੂ ਦੇ ਉਪਦੇਸ਼ ਕਰਕੇ ਅੰਮ੍ਰਿਤ ਵੇਲੇ ਉੱਠ ਕੇ ਤਿਸ ਮੇਰੇ ਪਰਿਪੂਰਨ ਪਰਮਾਤਮਾ ਦੇ ਨਾਮ ਦਾ ਭਾਈ ਧਿਆਵਣਾ ਕਰੀਏ। ਸੱਚੇ ਪਰਮੇਸ਼ਰ ਮੇਰੇ ਵਾਹਿਗੁਰੂ ਦੀ ਯਾਦ ਵਿੱਚ ਜੁੜੀਏ। ਜੋ ਜਾ ਗੰਨ ਲਖਨ ਸੇ ਸਾਈਂ ਕੰਨੋਂ ਦਾ ਦੋ ਦਾਤਾ ਲੈਂਦੇ ਨੇ ਮੇਰੇ ਵਾਹਿਗੁਰੂ। ਮਾਇਆ ਦੀ ਪ੍ਰੀਤੀ, ਦੁਨੀਆ ਦੀ ਪ੍ਰੀਤੀ ਛੱਡ ਦਈਏ ਤਾਂ ਝੂਠੀ ਹੈ। ਸੱਚੀ ਪ੍ਰੀਤ ਉਸ ਵਾਹਿਗੁਰੂ ਨਾਲ ਪਾ ਲਈਏ। ਪ੍ਰਾਣਵਤ ਨਾਨਕ ਦਾਸਨ ਦਾਸਾ, ਜਗ ਹਾਰਿਆ ਤੈਨ ਜੀਤਾ। ਪਾਤਸ਼ਾਹ ਫਰਮਾਉਂਦੇ ਨੇ, ਇਸ ਪ੍ਰਕਾਰ ਜੋ ਵਾਹਿਗੁਰੂ ਦੇ ਦਾਸਾਂ ਦਾ ਦਾਸ ਬਣ ਗਿਆ, ਤਿਸਨੇ ਆਪਣੇ ਜਨਮ ਨੂੰ ਮਾਨੋ ਜਿੱਤ ਲਿਆ। ਜਿੱਤਿਆ ਕਿਵੇਂ? ਇਹ ਜਨਮ ਸਫਲ ਕਰ ਲਿਆ। ਸਭ ਜਗਤ ਖਾਦ ਗਿਆ, ਉਹ ਜਿੱਤ ਗਿਆ, ਕਿਉਂਕਿ ਅਮੋਲਕ ਜਨਮ ਮਿਲਿਆ। ਇਸ ਜਨਮ ਦਾ ਲਾਹਾ ਲਈਏ, ਇੱਕ ਵਾਰ ਆਏ ਦੁਬਾਰਾ। ਇਹ ਉਸ ਦੀ ਰਜਾ ਹੈ ਕਿ ਤੇਰੇ ਕਰਮ ਕੈਸੇ ਨੇ, ਕਿਸ ਜਨਮ ਵਿੱਚ ਜਾਵੇਂਗਾ। ਇਸ ਜਨਮ ਦਾ ਲਾਹਾ ਲੈ, ਗੋਬਿੰਦ ਮਿਲਣ ਕੀ ਇਹ ਤੇਰੀ ਵਧੀਆ ਵਾਰੀ ਦਿੱਤੀ ਹੈ। ਪਰ ਭਾਤੀ ਮਹਲਾ ਪਹਿਲਾ, ਮਨ ਮਾਇਆ ਮਨ ਧਾਇਆ, ਮਨ ਪੰਖੀ ਆਕਾਸ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਵਨ ਉਪਦੇਸ਼ ਦਿੰਦੇ ਨੇ। ਮਨ ਮਾਇਆ ਮਨ ਧਾਇਆ, ਮਨ ਪੰਖੀ ਆਕਾਸ। ਇਹ ਮਾਇਆ ਰੂਪੀ ਮਨ ਸਰਬ ਦੇ ਸ਼੍ਰੋਮਣੀ ਆਕਾਸ਼ ਮਨਨ ਕਰਨੇ ਨੂੰ ਪੰਛੀ ਰੂਪ ਹੋ ਕੇ ਮਨ ਧਾਇਆ। ਸਰਬ ਸਮੇਂ ਮਨ ਮਾਇਆ ਨੂੰ ਚਿਤਵਦਾ ਰਹਿੰਦਾ ਹੈ। ਖਿਨ ਮਾਸਾ ਖਿਨ ਤੋਲੇ, ਮਨ ਚਿਤਵਦਾ ਹੈ ਆਪਣਾ। ਬੈਠੇ ਹਾਂ ਸੰਗਤ ਵਿੱਚ, ਬਿਰਲਿਆਂ ਦਾ ਮਨ ਜੁੜਦਾ, ਸਾਰਿਆਂ ਦਾ ਨਹੀਂ ਜੁੜਦਾ।
ਬਿਰਲਿਆਂ ਦਾ ਮਨ ਜੁੜਦਾ ਹੈ, ਉਹ ਰਸ ਲੈਂਦੇ ਨੇ ਮੇਰੀ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦਾ। ਤਸ ਕਰ ਸ਼ਬਦ ਨਿਵਾਰਿਆ ਨਗਰ ਬੁੱਠਾ ਸਾਵਾਸ। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਕਰਕੇ ਸੋ ਮਨ ਚੋਰ ਨੂੰ, ਕਿਉਂਕਿ ਬੜਾ ਚੋਰ ਹੈ ਮਨ, ਕਿਨ ਪਲ ਵਿੱਚ ਚਾਰੋਂ ਦਿਸ਼ਾਵਾਂ ਵਿੱਚ ਪਹੁੰਚ ਜਾਂਦਾ ਹੈ। ਬੈਠੇ ਕਿਤੇ ਹੈ ਮਨ ਕਿਤੇ, ਮਾਇਆ ਦੀ ਤਰਫੋਂ ਨਿਵਾਰਿਆ ਹੈ ਮਨ ਚੋਰ ਨੂੰ ਗੁਰੂ ਦੇ ਸ਼ਬਦ ਕਰਕੇ। ਕਹਿੰਦਾ ਸ਼ੁਭ ਗੁਣ ਰੂਪੀ ਨਗਰ ਵਸ ਗਿਆ। ਸ਼ੁਭ ਗੁਣ ਖੀਣ ਨਹੀਂ ਹੋਏ ਉਹਨਾਂ ਦੇ, ਸਾਬਤ ਰਹਿ ਗਏ। ਕਹਿੰਦਾ ਗਿਰਦਾ ਸ਼ੁਭ ਗੁਣਾ ਸਹਿਤ ਹੋਇਆ। ਤੇ ਇਹਨਾਂ ਨੂੰ ਭਾਈ ਲੋਕ ਪਰਲੋਕ ਵਿੱਚ ਸਾਬਾਸੀਆਂ ਮਿਲਦੀਆਂ ਨੇ ਵਾਹਿਗੁਰੂ ਦੇ ਦਰਬਾਰ। ਜਾ ਤੂੰ ਰਾਖੇ ਰਾਖ ਲੈ ਸਾਬਤ ਹੋਵੈ ਰਾਸ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਬਚਨ ਕਹਿੰਦੇ ਨੇ ਪਿਆਰਿਆ, ਜੇ ਤੂੰ ਰੱਖ ਲਵੀਂ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ, ਜੇ ਉਹ ਦਾਤਾ ਮੇਰਾ ਵਾਹਿਗੁਰੂ ਜਬ ਇਸ ਜੀਵ ਤੇ ਕਿਰਪਾ ਕਰੇ, ਰੱਖਿਆ ਚਾਹੁੰਦਾ ਹੈ, ਕਿਉਂਕਿ ਆਪਾਂ ਤਾਂ ਤੁਛ ਖਾਂ ਕੁਝ ਕਰਨੇ ਜੋਗੇ ਨਹੀਂ। ਉਹ ਦਾਤਾ ਹੈ ਮੇਰਾ ਵਾਹਿਗੁਰੂ, ਉਸ ਦੀ ਬਖਸ਼ਿਸ਼ ਹੋ ਜਾਵੇ। ਇਹ ਪਾਤਸ਼ਾਹ ਫਰਮਾਉਂਦੇ ਨੇ, ਮੈਂ ਨਿਰਗੁਣ ਆਰੇ ਕੋ ਗੁਣ ਨਾ ਆਪੇ ਤਰਸ ਪਿਓ। ਮੇਰੇ ਵਿੱਚ ਤਾਂ ਕੋਈ ਗੁਣ ਨਹੀਂ ਸੀ, ਮੇਰੇ ਤੇ ਤਰਸ ਕੀਤਾ ਮੇਰੇ ਵਾਹਿਗੁਰੂ ਨੇ, ਇਹ ਕਿਰਪਾ ਕੀਤੀ। ਉਹ ਬਖਸ਼ਿਸ਼ ਕਰ ਦਵੇ ਤਬ ਰੱਖ ਲੈਂਦਾ। ਜਿਨ੍ਹਾਂ ਨੂੰ ਰੱਖਦਾ ਇਹਨਾਂ ਦੀ ਸਵਾਸਾਂ ਰੂਪੀ ਪੂੰਜੀ ਭਾਈ ਸਾਬਤ ਹੁੰਦੀ। ਇਹਨਾਂ ਦੇ ਸਵਾਸ ਸਫਲ ਹੋ ਜਾਂਦੇ ਨੇ। ਉਹ ਜਪਦੇ ਨੇ ਸਵਾਸ ਗਰਾਸ ਮੇਰੇ ਵਾਹਿਗੁਰੂ। ਐਸਾ ਨਾਮ ਰਤਨ ਨਿਧ ਮੇਰਾ, ਗੁਰਮਤਿ ਦੇ ਲਗੋ ਪਗ ਤੇਰਾ। ਕਿ ਮੇਰੇ ਪਰਿਪੂਰਨ ਪਰਮਾਤਮਾ, ਮੈਂ ਤੇਰੀ ਚਰਣੀ ਲਾ ਕੇ ਮੰਗਦਾ ਹਾਂ ਪਾਤਸ਼ਾਹ। ਰਤਨਾ ਦੀ ਨਿਧੀ ਰੂਪ ਜੋ ਤੇਰਾ ਨਾਮ ਹੈ, ਤੇਰੀ ਬੰਦਗੀ ਹੈ। ਸੋ ਗੁਰੂ ਦੀ ਸਿੱਖਿਆ ਕਰਕੇ ਮੈਨੂੰ ਵੀ ਦੇ, ਮੈਂ ਵੀ ਤੇਰਾ ਨਾਮ ਜਪਾਂ ਨਿਤ ਦਾ ਨੇਮੀ ਬਣਾ। ਇਹ ਮੰਗਣੀ ਹੈ ਗੁਰੂ ਤੋਂ। ਮਨ ਜੋਗੀ ਮਨ ਭੋਗੀਆ, ਮਨ ਮੂਰਖ ਗਾਵਾਰ। ਇਹ ਮਨ ਐਸਾ ਚੰਚਲ ਹੈ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਈ। ਬੜਾ ਮਨ ਚੰਚਲ, ਚਤੁਰਾਈਆਂ ਸਿਆਣਪਾਂ ਨਾਲ ਨਹੀਂ ਪ੍ਰਭੂ ਮਿਲਦਾ। ਪਾਤਸ਼ਾਹ ਫਰਮਾਉਂਦੇ ਨੇ, ਇਹ ਮਨ ਐਸਾ ਚੰਚਲ, ਕਦੇ ਇਹ ਮਨ ਜੋਗੀ ਹੋ ਜਾਂਦਾ ਹੈ, ਕਦੇ ਭੋਗੀ ਹੋ ਜਾਂਦਾ। ਮਨ ਅਤੀ ਮੂਰਖ ਹੈ। ਮਨ ਦਾਤਾ ਮਨ ਮੰਗਤਾ, ਮਨ ਸਿਰ ਗੁਰ ਕਰਤਾਰ। ਕਦੇ ਤਾਂ ਮਨ ਦਾਤਾ ਬਣ ਜਾਂਦਾ, ਮੈਂ ਵੱਡਾ ਦਾਤਾ, ਵੱਡਾ ਸ਼ਾਹੂਕਾਰ। ਕਦੇ ਮਨ ਮੰਗਤਾ ਬਣ ਜਾਂਦਾ। ਇਸ ਮਨ ਤੇ ਚੰਚਲਤਾ ਕਰਕੇ ਜੀਵਾਂ ਦੇ ਆਪਣੇ ਮਨ ਵਸ ਕਰਕੇ ਛੋੜਿਆ। ਇਸ ਮਨ ਦੇ ਸਿਰ ਪਰ ਕਰਤਾਰ ਰੂਪ ਸਤਿਗੁਰੂ ਬਲੀ ਨੇ, ਕਿ ਮਨ ਸਭ ਪਰ ਬਲੀ ਹੈ। ਪਰ ਸਤਿਗੁਰੂ ਮੇਰੇ ਪਾਤਸ਼ਾਹ ਇਸ ਮਨ ਪਰ ਬਲੀ ਨੇ। ਪੰਜ ਮਾਰ ਸੁਖ ਪਾਇਆ, ਐਸਾ ਬ੍ਰਹਮ ਵਿਚਾਰ। ਐਸਾ ਜੋ ਚੰਚਲ ਮਨ ਹੈ, ਜੋ ਸੰਤਾਂ ਨੇ ਮਾਰ ਕੇ ਬ੍ਰਹਮ ਸਰੂਪ ਦਾ ਵਿਚਾਰ ਕਰਕੇ ਸੁਖ ਪਾਇਆ। ਘਟ ਘਟ ਏਕ ਵਖਾਣੀਐ, ਕਹੋ ਨਾ ਦੇਖਿਆ ਜਾਏ। हे ਮੇਰੇ ਪਰਿਪੂਰਨ ਪਰਮਾਤਮਾ, ਸਰਬ ਘਟਾ ਘਟਾਂ ਦੇ ਵਿੱਚ ਇੱਕ ਤੇਰਾ ਵਖਿਆਣ ਕਰੀਦਾ, ਤੇਰੇ ਗੁਣ ਗਾਏ ਜਾਂਦੇ। ਤੂੰ ਗੁਰੂ ਤੋਂ ਬਿਨਾਂ ਬਾਅਦ ਕਿਸੇ ਸਥਾਨ ਵਿੱਚ ਜਾ ਕੇ ਇਹਨਾਂ ਕਰਕੇ ਤੈਨੂੰ ਕਿਸੇ ਨੇ ਦੇਖਿਆ ਨਹੀਂ। ਖੋਟੋ ਪੂਠੋ ਰਾਲੀਐ, ਬਿਨ ਨਾਵੈ ਪਤ ਜਾਏ।
ਜੋ ਖੋਟਾ ਪੁਰਸ਼ ਮਨਮੁਖ, ਤੈਨੂੰ ਪੁੱਠਾ ਕਰਕੇ ਗਰਭ ਵਿੱਚ ਲਟਕਾਇਆ ਜਾਂਦਾ ਹੈ ਖੋਟਿਆਂ ਪੁਰਸ਼ਾਂ। ਨਰਕ ਦੇ ਜੀਵਾਂ ਵਿੱਚ ਰਲਾ ਦਿੱਤਾ ਜਾਂਦਾ ਹੈ। ਬਿਨਾਂ ਨਾਮ ਤੇ ਤੇਦੀ ਪੱਤ ਚਲੀ ਜਾਂਦੀ ਹੈ ਭਾਈ, ਜੇ ਨਾਮ ਨਾ ਜਪਿਆ ਇਹ ਹਾਲ ਹੁੰਦਾ। ਜਾ ਤੂੰ ਮਿਲੈ ਤਾਂ ਮਿਲ ਰਹਾ, ਜਾ ਤੇਰੀ ਹੋਏ ਰਜਾਏ। हे ਮੇਰੇ ਪਰਿਪੂਰਨ ਪਰਮਾਤਮਾ, ਜਬ ਤੂੰ ਮੇਰੇ ਤੇ ਕਿਰਪਾ ਬਖਸ਼ਿਸ਼ ਮਹਿਰਾਮਤ ਕਰੇ, ਸਤ ਸੰਗਤ ਦੇ ਮੇਲ ਵਿੱਚ ਮੈਨੂੰ ਮਿਲਾ ਦਵੇਂ, ਤਾਂ ਮੈਂ ਤੇਰੇ ਸਾਥ ਮਿਲ ਜਾਵਾਂਗਾ। ਸਤ ਸੰਗ ਵਿੱਚ ਤਬ ਮਿਲਦਾ ਜਬ ਤੇਰੀ ਰਜਾ ਹੁੰਦੀ, ਕਿਉਂਕਿ ਉਸ ਵਾਹਿਗੁਰੂ ਦੀ ਕਿਰਪਾ ਬਿਨਾਂ ਆਪਾਂ ਸੰਗਤ ਵਿੱਚ ਵੀ ਨਹੀਂ ਜੁੜਦੇ। ਗੁਰੂ ਨਾਨਕ ਦੇ ਘਰ ਵੀ ਨਹੀਂ ਆ ਸਕਦੇ ਜਦ ਤੱਕ ਕਿਰਪਾ ਨਾ ਹੋਵੇ। ਆਈ ਨਾ ਕਿਰਪਾ ਹੈ ਬਖਸ਼ਿਸ਼ ਹੈ। ਜਾਤ ਜਨਮ ਨਹਿ ਪੂਛੀਐ, ਸਚ ਕਰ ਲਿਓ ਬਤਾਏ। ਐਸੇ ਤੇਰੇ ਸੰਤਾਂ ਦੀ ਭਗਤਾਂ ਦੀ ਕਿਸੀ ਜਾਤੀ ਕਿਸੀ ਘਰ ਦਾ ਜਨਮ ਹੋਵੇ ਤੋ ਤਿਨਾਂ ਨੂੰ ਇਸ ਦਾ ਪੁੱਛਣਾ ਨਾ ਕਰੀਏ। ਪਾਤਸ਼ਾਹ ਸਮਝਾਉਂਦੇ ਨੇ, ਮਤ ਪੁੱਛੀਏ ਇਹ ਸੰਤ ਭਗਤ ਕਿਸ ਜਾਤ ਦਾ, ਤੇ ਤੇਰਾ ਘਰ ਪੁੱਛ ਲਈਏ। ਉਸ ਰੱਬ ਦੇ ਜਨ ਤੋਂ ਘਰ ਪੁੱਛੀਏ ਮੇਰੇ ਵਾਹਿਗੁਰੂ ਨੂੰ ਮਿਲਣਾ ਕਿ ਕਿਵੇਂ ਪ੍ਰਾਪਤ ਹੋਵੇਗਾ, ਕਿਵੇਂ ਮਿਲੇਗਾ। ਸਾ ਜਾਤ ਸਾ ਪਤ ਹੈ, ਜੇ ਕਰਮ ਕਮਾਏ। ਪਾਤਸ਼ਾਹ ਫਰਮਾਉਂਦੇ ਨੇ, ਕਿਉਂਕਿ ਸੋਈ ਜਾਤੀ ਸੋਈ ਪ੍ਰਤੀਸ਼ਠਾ ਕਹੀ ਜਾਂਦੀ। ਜੈਸੇ ਕੋਈ ਕਰਮ ਕਮਾਉਂਦਾ ਕਿ ਕਰਮਾਂ ਦੇ ਅਨੁਸਾਰ ਜਾਤੀ ਹੁੰਦੀ ਹੈ। ਤੇ ਸੰਤ ਪਰਮੇਸ਼ਰ ਦੀ ਜਾਤੀ ਨੇ, ਕਿਉਂਕਿ ਨਾਮ ਜਪਦੇ ਨੇ, ਬੰਦਗੀ ਵਿੱਚ ਜੁੜੇ ਨੇ। ਜਨਮ 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 ਮਰਨ ਦੁੱਖ ਕਾਟੀਐ, ਨਾਨਕ ਛੂਟ ਸੁਨਾਏ। ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਵਨ ਬਚਨ ਕਹਿੰਦੇ ਨੇ, ਜਨਮ ਮਰਨ ਦੁੱਖ ਕਾਟੀਐ, ਨਾਨਕ ਛੂਟ ਸੁਨਾਏ। ਹੇ ਮੇਰੇ ਵਾਹਿਗੁਰੂ, ਤੇਰੇ ਨਾਮ ਜਪਿਆ ਜਮ ਤੇ ਭੈ ਤੇ ਛੁੱਟੀ ਦਾ, ਜਨਮ ਮਰਨ ਦਾ ਦੁੱਖ ਕਟਿਆ ਜਾਂਦਾ। ਸਤਿਗੁਰੂ ਦੇ ਉਪਦੇਸ਼ ਤੇ ਚਲੀਏ, ਗੁਰ ਸ਼ਬਦੀ ਗੁਰਮਤੀਏ ਬਣੀਏ। ਨਾਮ ਨੂੰ ਜਪੀਏ, ਸੰਗ ਕਰੀਏ ਸਤਿਪੁਰਸ਼ਾਂ ਦਾ, ਆਪਣਾ ਅਮੋਲਕ ਜਨਮ ਸਫਲ ਹੋ ਜਾਵੇਗਾ। ਹੇ ਅਚੋਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਰ, हे पूरन हे सर्व मैं, दुख भंजन गुणतार। हे संगी हे निरंकार, हे निर्गुण सबटे। हे गोविंद हे गुण निधान, जागे सदा भवे। हे अपरंपर हर हरे, है पी होवन